ਸਤਿ ਸ਼੍ਰੀ ਅਕਾਲ ਜੀ। ਇਸ਼ਕੇ ਸਾਹਿਤ ਪੋਡਕਾਸਟ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਮੈਂ ਸੁਰਮੀਤ ਬਰਾੜ ਅਤੇ ਅੱਜ ਤੁਸੀਂ ਸੁਣੋਗੇ ਕਰਮਜੀਤ ਸਿੰਘ ਕੁੱਸਾ ਜੀ ਦਾ ਲਿਖਿਆ ਹੋਇਆ ਨਾਵਲ ਰੋਹੀ ਬੀਆਬਾਨ। ਕਾਂਡ 13। ਲਾਗਲੇ ਪਿੰਡ ਤੋਂ ਉਹਨਾਂ ਜਗਰਾਵਾਂ ਵਾਲੀ ਬੱਸ ਫੜੀ। ਬੱਸ ਅੰਦਰੋਂ ਬਾਹਰੋਂ ਲੋਕਾਂ ਨਾਲ ਤੂੜੀ ਪਈ ਸੀ। ਗੋਰੇ ਤੇ ਉਹਦਾ ਮਾਮਾ ਵੀ ਔਖੇ ਸੌਖੇ ਬੱਸ ਦੀ ਛੱਤ ਉੱਤੇ ਚੜ੍ਹ ਗਏ। ਭੱਜੀ ਜਾਂਦੀ ਬੱਸ ਉੱਤੇ ਬੈਠੇ ਲੋਕਾਂ ਦੇ ਕਿੱਕਰਾਂ ਟਾਲੀਆਂ ਦੀਆਂ ਟਾਹਣੀਆਂ ਸਿਰ 'ਚ ਫੋੜ ਫੋੜ ਵੱਜਦੀਆਂ। ਬਹੁਤੇ ਧੋਣਾ ਮੋੜ ਕੇ ਕੁੱਕੜੀ ਬਣੇ ਬੈਠੇ ਸਨ, ਪਰ ਇੱਕ ਮਜ਼੍ਹਬੀ ਮੁੰਡੇ ਦੀ ਲਾਲ ਪੱਗ ਕਿੱਕਰ ਦੇ ਝਾਫੇ 'ਚ ਉਲਝ ਗਈ। ਬੱਸ ਖੜੋਣ ਸਾਰ ਉਹ ਪੱਗ ਲਾਉਣ ਨੱਠ ਗਿਆ। ਜਗਰਾਵੀਂ ਜਾ ਕੇ ਬੱਸ ਇੱਕ ਖੁੱਡ ਜਿਹੀ ਵਿੱਚ ਲੱਗ ਗਈ। ਅੱਡੇ 'ਚ ਇੰਨੀ ਭੀੜ ਸੀ ਕਿ ਤਿਲ ਸੁੱਟਣ ਲਈ ਥਾਂ ਨਹੀਂ ਦਿਸਦਾ ਸੀ। ਗੋਰਾ ਡੌਰ ਭੌਰ ਹੋਇਆ ਚੁਪਾਸੇ ਵੇਖੀ ਜਾ ਰਿਹਾ ਸੀ। ਬੱਸਾਂ ਘੂ ਘੂ ਕਰਦੀਆਂ ਇੱਕ ਪਾਸੋਂ ਆਉਂਦੀਆਂ ਤੇ ਉਸੇ ਤਰ੍ਹਾਂ ਭੂਸਰੀ ਵੈੜ ਵਾਂਗ ਫੁੰਕਾਰੇ ਮਾਰਦੀਆਂ ਬਾਹਰ ਤੁਰੀਆਂ ਜਾਂਦੀਆਂ ਸਨ। ਗੋਰੇ ਹੋਰੀ ਇੱਕ ਬੱਸ 'ਚ ਚੜ੍ਹ ਗਏ। ਡਰਾਈਵਰ ਦੇ ਮਗਰਲੀ ਸੀਟ ਉੱਤੇ ਬੈਠਾ ਗੋਰਾ ਇਉਂ ਭਵੰਤਰਿਆ ਬੈਠਾ ਸੀ ਜਿਵੇਂ ਕਾਵਾਂ ਨੇ ਉੱਲੂ ਨੂੰ ਘੇਰਿਆ ਹੋਵੇ। ਲੋਕ ਕਾਲਜੇ ਨਾਲ ਆਪਣੇ ਬੈਗ, ਅਟੈਚੀ ਕੇਸ ਅਤੇ ਝੋਲੇ ਗਠੜੀਆਂ ਕੱਛਾਂ ਹੇਠ ਦੇਈ ਅੱਗ ਲੱਗੀ ਵਾਂਗ ਇੱਧਰ ਉੱਧਰ ਭੱਜ ਫਿਰਦੇ ਸਨ। ਗੋਰੇ ਨੂੰ ਇਹ ਸਾਰਾ ਨਜ਼ਾਰਾ ਕਿਸੇ ਦੇ ਘਰ ਨੂੰ ਅੱਗ ਲੱਗੀ ਵਾਂਗ ਜਾਪਿਆ। ਬਹੁਤੀ ਹੈਰਾਨੀ ਤਾਂ ਉਹਨੂੰ ਇਹ ਸੀ, ਇੱਧਰ ਉੱਧਰ ਨੱਠੇ ਭੱਜੇ ਲੋਕ ਬੱਸਾਂ ਹੇਠ ਨਹੀਂ ਆਉਂਦੇ ਸਨ। ਇੱਕ ਦੋ ਬੰਦੇ ਤਾਂ ਉਹਨੂੰ ਮਸਾਂ ਹੀ ਬਚਦੇ ਦਿਸੇ, ਜਿਨ੍ਹਾਂ 'ਤੇ ਬੱਸ ਚੜ੍ਹਦੀ ਚੜ੍ਹਦੀ ਮਸਾਂ ਹੀ ਰੁਕੀ ਸੀ। ਇਸ ਥੋੜ੍ਹੇ ਜਿਹੇ ਥਾਂ 'ਚ ਮੋਟੀਆਂ ਬਰੀਕ ਆਵਾਜ਼ਾਂ ਦਾ ਇੱਕ ਕੁਰਲਾਹਟ ਜਿਹਾ ਮੱਚਿਆ ਹੋਇਆ ਸੀ। ਚਲੋ ਬਈ, ਮੁੱਲਾਂਪੁਰ ਲੁਧਿਆਣਾ, ਮੁੱਲਾਂਪੁਰ ਲੁਧਿਆਣਾ। ਗੋਰਾ ਤਰਬੱਕ ਕੇ ਆਪਣੇ ਖੱਬੇ ਝਾਕਿਆ। ਉਹਨਾਂ ਦੀ ਬੱਸ ਦਾ ਕੰਡਕਟਰ ਤਾਕੀ ਨਾਲ ਝੂਲਦਾ ਇੱਕੋ ਸਾਹ ਸੰਗ ਟੱਡੀ ਜਾਂਦਾ ਸੀ। ਪਹਿਲਾਂ ਤਾਂ ਗੋਰਾ ਸਹੀ ਵਾਂਗ ਕੰਨ ਚੁੱਕੀ ਉਸ ਵੱਲ ਪੈਪੀਤ ਹੋਇਆ ਵੇਖੀ ਗਿਆ। ਫਿਰ ਜਦੋਂ ਕੰਡਕਟਰ ਦੀ ਆਵਾਜ਼ ਉਹਨੂੰ ਰਾਗ ਜਿਹਾ ਜਾਪੀ ਤਾਂ ਉਹਦਾ ਹਾਸਾ ਨਿਕਲ ਗਿਆ। ਬੱਸ ਤੁਰ ਪਈ ਸੀ, ਪਰ ਕੰਡਕਟਰ ਬੋਲੀ ਜਾਂਦਾ ਸੀ, ਚਲੋ ਬਈ ਲੁਧਿਆਣਾ, ਲੁਧਿਆਣਾ, ਲੁਧਿਆਣਾ। ਬੱਸ ਵੱਡੀ ਸੜਕ 'ਤੇ ਦੌੜਨ ਲੱਗ ਪਈ ਸੀ। ਸੀਟ 'ਤੇ ਬੈਠਾ ਗੋਰਾ ਆਪਣੇ ਆਪ ਹਵਾ ਚੁੜਦਾ ਮਹਿਸੂਸ ਕਰ ਰਿਹਾ ਸੀ। ਦੂਰੋਂ ਆਉਂਦੀ ਕੋਈ ਬੱਸ ਨਿੱਕੀ ਜਿਹੀ ਤੇ ਹੌਲੀ ਹੌਲੀ ਤੁਰਦੀ ਜਾਪੀ, ਪਰ ਨੇੜੇ ਆਉਣ 'ਤੇ ਉਹ ਸ਼ੂੰ ਕਰਕੇ ਲੰਘ ਜਾਂਦੀ। ਲੁਧਿਆਣੇ ਪਹੁੰਚ ਕੇ ਗੋਰੇ ਨੂੰ ਬਹੁਤ ਹੀ ਅਚਰਜ ਲੱਗਾ। ਮੋਟੇ ਮੋਟੇ ਵੱਡੇ ਵੱਡੇ ਘਰ ਤੇ ਚੌੜੀਆਂ ਸੜਕਾਂ। ਗੋਰਾ ਭਵੰਤਰਿਆ ਮਾਮੇ ਦੇ ਮਗਰ ਤੁਰਿਆ ਜਾਂਦਾ ਸੀ। ਉਹ ਕਈਆਂ 'ਚ ਵੱਜਦਾ ਬਚਿਆ। ਫਿਰ ਵੀ ਇੱਕ ਕੋਟ ਪੈਂਟ ਵਾਲੇ ਸਰਦਾਰ ਵਿੱਚ ਜਦੋਂ ਗੋਰਾ ਲੱਗਾ ਤਾਂ ਸਰਦਾਰ ਉਹਦੇ ਵੱਲ ਬੱਗੇ ਜਿਹੇ ਆਨੇ ਕੱਢ ਕੇ ਝਾਕਿਆ। ਇਹਨੇ ਨੂੰ ਉਹ ਇੱਕ ਵੱਡੇ ਸਾਰੇ ਜਿਹੇ ਵਰਾਂਡੇ ਜਿਹੇ ਵਿੱਚ ਆ ਕੇ ਖਲੋ ਗਏ। ਪਰ ਉਸ ਗੋਲ ਮੋਲ ਥੰਮਲਿਆਂ ਉੱਤੇ ਉਸਰੇ ਵਰਾਂਡੇ ਵਿੱਚ ਬੇਥਾਹ ਲੋਕ ਇੱਕ ਦੂਜੇ ਵਿੱਚ ਵੱਜਦੇ ਕੀੜਿਆਂ ਦੇ ਭੌਣ ਵਾਂਗੂ ਕੁਰਬਲ ਕੁਰਬਲ ਕਰ ਰਹੇ ਸਨ ਤੇ ਬਹੁਤੇ ਮਲਾਗਰ ਕੇ ਰੁਪਿੰਦਰ ਜੀਤ ਵਰਗੇ ਪੋਚਵੀਆਂ ਪੱਗਾਂ ਬੰਨੀ, ਖੁੱਲੀਆਂ ਸਲਵਾਰਾਂ ਜਿਹੀਆਂ ਪਾਈ, ਚਿਕਨੇ ਚੋਪੜੇ ਚਿਹਰਿਆਂ 'ਤੇ ਅੱਖਾਂ ਮਟਕਾਉਂਦੇ ਇੱਧਰ ਉੱਧਰ ਖਿੱਲਾਂ ਜਿਹੀਆਂ ਡੋਲਦੇ ਫਿਰਦੇ ਸਨ। ਅੱਗਿਓਂ ਵੱਧ ਹੱਥ 'ਚ ਇੱਕ ਦੋ ਕਿਤਾਬਾਂ ਫੜੀ ਬਿੰਦ ਝੱਟੇ ਦੂਜੇ ਹੱਥ ਨਾਲ ਮੁੱਛਾਂ ਦੇ ਵਾਲ ਪਲੋਸ ਕਰ ਰਹੇ ਸਨ। ਨਾਲ ਦੀ ਕੋਈ ਨਾ ਕੋਈ ਘੋਣ-ਮਨ ਜਿਹੀ ਬੱਸ ਉਸ ਵਰਾਂਡੇ ਦੇ ਮੂਹਰੇ ਆ ਕੇ ਖਲੋ ਜਾਂਦੀ। ਲੋਕ ਮਖਿਆਲ ਵਾਂਗ ਬੱਸ ਨੂੰ ਚਿੰਬੜ ਜਾਂਦੇ ਤੇ ਪਲਕੂ ਮਗਰੋਂ ਸਵਾਰੀਆਂ ਨਾਲ ਅੰਦਰੋਂ ਬਾਹਰੋਂ ਲੱਦੀ ਬੱਸ ਘੁਰ ਘੁਰ ਕਰਦੀ ਇੱਕ ਗੋਲ ਚੱਕਰ ਕੱਟਦੀ ਉਧਰੇ ਮੁੜ ਜਾਂਦੀ ਜਿੱਧਰੋਂ ਆਈ ਹੁੰਦੀ। ਗੋਰਾ ਤੇ ਉਹਦਾ ਮਾਮਾ ਵੀ ਇੱਕ ਇਹੋ ਜਿਹੀ ਘੋਣ-ਮੋਣ ਜਿਹੀ ਬੱਸ ਵਿੱਚ ਬਹਿ ਗਏ। ਸ਼ਹਿਰਾਂ ਦੇ ਵਿੱਚੇ ਵਿੱਚ ਮੋੜ ਮੋੜ ਕੱਟ ਦੀ ਬੱਸ ਆਪ ਮੁਹਾਰੇ ਭੱਜੀ ਜਾਂਦੀ ਸੀ। ਬੱਸੋਂ ਉਤਰ ਕੇ ਗੋਰੇ ਹੋਰੀ ਇੱਕ ਚੌੜੀ ਜਿਹੀ ਸੜਕ ਪੈ ਗਏ। ਅਗਾਂਹ ਦੇ ਵਿਚਾਲੇ ਬਣੇ ਵੱਡੇ ਸਾਰੇ ਗੋਲ ਜਿਹੇ ਤੋਂ ਇੱਕ ਹੋਰ ਬੀਹੀ ਪੈ ਗਏ। ਲੋਕਾਂ ਦਾ ਇੱਕ ਹੜ ਜਿਹਾ ਇੱਥੇ ਵੀ ਸੀ। ਕਾਰਾਂ, ਬੱਸਾਂ, ਟਰੱਕਾਂ, ਰਿਕਸ਼ਿਆਂ ਅਤੇ ਸਾਈਕਲਾਂ ਵਾਲੇ ਇੱਕ ਦੂਜੇ ਵਿੱਚ ਫਸੇ ਤੁਰੇ ਜਾਂਦੇ ਸਨ। ਕਿੰਨੀ ਵਾਰ ਤੁਰਨ ਮਗਰੋਂ ਇੱਕ ਖੁੱਲ੍ਹਾ ਜਿਹਾ ਬਾਜ਼ਾਰ ਆਇਆ। ਮਾਮਾ ਉਹਨੂੰ ਇੱਕ ਵਾਹਵਾ ਵੱਡੀ ਸਾਰੀ ਦੁਕਾਨ ਵਿੱਚ ਲੈ ਕੇ ਵੜ ਗਿਆ। ਦੁਕਾਨ ਦੇ ਮੂਹਰੇ ਸ਼ੀਸ਼ੇ ਲਾ ਕੇ ਇੱਕ ਛੋਟੀ ਜਿਹੀ ਕੋਠੜੀ ਬਣਾਈ ਹੋਈ ਸੀ। ਵਿੱਚ ਕੁਰਸੀ 'ਤੇ ਇੱਕ ਡਾਟੀ ਫਾਟੀ ਸਰਦਾਰ ਬੈਠਾ ਸੀ। ਉਹਦੇ ਮੂਹਰੇ ਬੜਾ ਹੀ ਸੋਹਣੇ ਫੁੱਲਾਂ ਵਾਲਾ ਲਿਸ਼ਕਾਵਾਂ ਮੇਜ਼ ਪਿਆ ਸੀ, ਜਿਸ ਤੋਂ ਗੋਰੇ ਦੀਆਂ ਅੱਖਾਂ ਤਿਲਕ ਤਿਲਕ ਜਾਂਦੀਆਂ ਸਨ। ਮੇਜ਼ ਦੇ ਦੂਜੇ ਪਾਸੇ ਦੋ ਤਿੰਨ ਹੋਰ ਕੁਰਸੀਆਂ ਪਈਆਂ ਸਨ। ਕੁਰਸੀ ਉੱਤੇ ਬੈਠਾ ਸਰਦਾਰ ਮਾਮੇ ਵੱਲ ਵੇਖ ਕੇ ਮੁਸਕਰਾਇਆ। ਮੇਜ਼ ਦੇ ਦੂਸਰੇ ਪਾਸੇ ਦੋ ਤਿੰਨ ਹੋਰ ਕੁਰਸੀਆਂ ਪਈਆਂ ਸਨ। ਕੁਰਸੀ ਉੱਤੇ ਬੈਠਾ ਸਰਦਾਰ ਮਾਮੇ ਵੱਲ ਵੇਖ ਕੇ ਮੁਸਕਰਾਇਆ। ਆ ਬਈ ਬਲੌਰ ਸਿਆਂ, ਕਿਵੇਂ ਆਉਣਾ ਹੋਇਆ? ਬਸ ਆਏ ਜੀ, ਤੁਹਾਡੇ ਦਰਸ਼ਨ ਕਰਨ ਆਏ ਆ। ਮਾਮੇ ਨੇ ਚਿਹਰੇ 'ਤੇ ਕੱਚੀ ਜਿਹੀ ਮੁਸਕਾਨ ਖਲੇਰਦਿਆਂ ਤੇ ਕੁਰਸੀ ਉੱਤੇ ਬਹਿੰਦਿਆਂ ਕਿਹਾ। ਸਰਦਾਰ ਨੇ ਗੋਰੇ ਵੱਲ ਦੇਖਿਆ। ਮਾਮਾ ਪਹਿਲਾਂ ਹੀ ਬੋਲ ਪਿਆ, ਇਹ ਹੈ ਜੀ ਉਹ ਮੁੰਡਾ। ਅੱਛਾ ਅੱਛਾ ਜੀ, ਤੂੰ ਗੱਲ ਕਰਦਾ ਸੀ?
ਗੋਰਾ ਇਸ ਕੱਚ ਦੇ ਨਿੱਕੇ ਜਿਹੇ ਕਮਰੇ ਵਿੱਚ ਘਬਰਾਇਆ ਤੇ ਡੱਡਰਿਆ ਖਲੋਤਾ ਸੀ। ਮਾਮੇ ਨੇ ਉਹਨੂੰ ਨਾਲ ਵਾਲੀ ਕੁਰਸੀ ਉੱਤੇ ਬੈਠਣ ਲਈ ਆਖਿਆ। ਸਰਦਾਰ ਨੇ ਮੇਜ਼ ਉੱਤੇ ਪਏ ਦੀਵੇ ਜੇ ਦੇ ਸਿਰ ਨੂੰ 2-3 ਵਾਰੀ ਦਬਾਇਆ ਤੇ ਬਾਹਰੋਂ ਇੱਕ ਅਜੀਬ ਤਰ੍ਹਾਂ ਟਰਨ ਟਰਨ ਹੋਈ। ਗੋਰਾ ਛੇਤੀ ਦੇ ਕੇ ਬਾਹਰ ਝਾਕਿਆ, ਪਰ ਦਿਸਿਆ ਕੁਝ ਨਾ। ਥੋੜ੍ਹੇ ਚਿਰ ਬਾਅਦ ਇੱਕ ਮੁੰਡਾ ਆਇਆ, ਜਿਸ ਦੇ ਤੇੜ ਮੈਲੀ ਜਿਹੀ ਵੱਡੀ ਸਾਰੀ ਨੀਕਰ ਤੇ ਝੁੱਲ ਵਰਗਾ ਕੁੱਡਵਾਂ ਚੱਕਵਾਂ ਜਿਹਾ ਝੱਗਾ ਪਾਇਆ ਹੋਇਆ ਸੀ, ਜਿਹੜਾ ਥਾਂ ਥਾਂ ਤੋਂ ਥੰਦਾ ਹੋਇਆ ਪਿਆ ਸੀ। ਸਰਦਾਰ ਨੇ ਉਹਨੂੰ ਇੱਕ ਪਰਚੀ ਜਿਹੀ ਫੜਾਉਂਦਿਆਂ ਚਾਹ ਲਿਆਉਣ ਲਈ ਆਖਿਆ। ਬਲਿਓਰ ਸਿਆਂ, ਕੁਝ ਖਾਣਾ ਤਾਂ ਨਹੀਂ? ਨਾ ਜੀ, ਇੰਨਾ ਘਰਾ ਟਾਚੀਆਂ ਫੁੱਲ ਹੈ। ਮਾਮੇ ਦੇ ਮੂੰਹੋਂ ਪਤਾ ਨਹੀਂ ਇਹ ਗੱਲ ਕਿਉਂ ਨਿਕਲ ਗਈ। ਉਹ ਦੋਵੇਂ ਸਵੇਰ ਸਾਜਰੇ ਰੋਟੀ ਖਾ ਕੇ ਤੁਰੇ ਸਨ। ਹੁਣ ਢਿੱਡ ਖਾਲਮ ਖਾਲੀ ਸੀ, ਪਰ ਫਿਰ ਵੀ ਸਰਦਾਰ ਨੇ ਦੁਬਾਰਾ ਕਹਿ ਕੇ ਬਰਫੀ ਦੀਆਂ 4 ਟੁਕੜੀਆਂ ਮੰਗਾਈਆਂ। ਗੋਰਾ ਚਾਹ ਪੀਂਦਾ ਸਰਦਾਰ ਦੇ ਮੂੰਹ ਵੱਲ ਵੇਖੀ ਜਾਂਦਾ ਸੀ। ਉਹਦਾ ਮੂੰਹ ਇੱਕ ਰੱਸੀ ਜਿਹੀ ਨਾਲ ਇੰਨਾ ਕੱਸਿਆ ਹੋਇਆ ਸੀ ਕਿ ਗੱਲ ਕਰਦਿਆਂ ਉਹਦਾ ਮੂੰਹ ਪੂਰਾ ਨਹੀਂ ਖੁੱਲ੍ਹਦਾ ਸੀ। ਤੁਰਨ ਲੱਗੇ ਮਾਮੇ ਨੇ ਉਹਨੂੰ ਲਾਡ ਨਾਲ ਸਮਝਾਇਆ, ਜੀ ਲਾ ਕੇ ਕੰਮ ਕਰੀ ਚੰਗਾ, ਜਿਵੇਂ ਆਖਣ ਬਸ ਉਵੇਂ ਕਰੀ ਜਾਈ। ਕੰਮ ਸਿੱਖਣ ਦੀ ਢੇਰ ਹੈ, ਫਿਰ ਤਾਂ ਭਾਵੇਂ ਆਪਾਂ ਆਪ ਦਾ ਕੰਮ ਚਲਾ ਲਈਏ। ਪੈਸੇ ਪੂਰੇ ਹੈਗੇ ਆ ਕਿ ਦਵਾਂ? ਨਹੀਂ ਹੈਗੇ ਆ। ਚੰਗਾ ਫਿਰ ਮੈਂ ਤਾਂ ਜਾਣਾ ਆ, ਮੈਂ ਆਊਂਗਾ 7-8 ਦਿਨਾਂ ਬਾਅਦ। ਇਹ ਕਹਿੰਦਿਆਂ ਮਾਮਾ ਸਰਦਾਰ ਨਾਲ ਹੱਥ ਮਿਲਾ ਕੇ ਤੁਰ ਗਿਆ। ਪਹਿਲਾਂ ਬਲੌਰ ਸਿਓ ਵੀ ਲੁਧਿਆਣੇ ਕਿਸੇ ਫੈਕਟਰੀ 'ਚ ਕੰਮ ਕਰਦਾ ਹੁੰਦਾ ਸੀ, ਪਰ ਜਦੋਂ ਜੀ ਕਰਦਾ ਪਿੰਡ ਚਲਾ ਜਾਂਦਾ। ਛੜਾ ਛਟਾਂਗ ਸੀ। ਉਦੋਂ ਮਗਰੋਂ ਸਰਦਾਰ ਨੇ ਉਸੇ ਵੱਡੀ ਨਿੱਕਰ ਵਾਲੇ ਮੁੰਡੇ ਨੂੰ ਸੱਦਿਆ ਤੇ ਗੋਰਾ ਉਹਦੇ ਨਾਲ ਦੁਕਾਨ ਵਿੱਚ ਦੀ ਪਿਛਲੇ ਪਾਸੇ ਆ ਗਿਆ, ਜਿੱਥੇ ਇੱਕ ਵੱਡਾ ਸਾਰਾ ਭੱਠ ਬਣਿਆ ਹੋਇਆ ਸੀ। ਉਸ ਵਿੱਚ ਲਟਾ-ਲਟ ਅੱਗ ਬਲ ਰਹੀ ਸੀ। ਇੱਕ ਕਾਲਾ ਕਲੂਟਾ ਬੰਦਾ ਉਸ ਦੇ ਮੂਹਰੇ ਬੈਠਾ ਵੱਡੇ ਸਾਰੇ ਖੁਰਚਰੇ ਨਾਲ ਅੰਦਰੋਂ ਛਾਨਣਿਆਂ ਜਿਹੇ ਵਰਗੇ ਚੌਰਸ ਕੜਾਈਏ ਜਿਹੇ ਕੱਢੀ ਜਾਂਦਾ ਸੀ ਤੇ ਨਾਲ ਦੀ ਨਾਲ ਹੋਰ ਅੰਦਰ ਰੱਖੀ ਜਾਂਦਾ ਸੀ। ਉਸ ਬੰਦੇ ਦੀ ਸ਼ਕਲ ਵੀ ਗੋਰੇ ਨੂੰ ਡਰਾਉਣੀ ਜਾਪੀ, ਜਿਵੇਂ ਕੋਈ ਸੱਚੀ ਮੁੱਚੀ ਦਾ ਭੂਤ ਹੋਵੇ। ਉਹਦਾ ਚਿਹਰਾ ਅਖਰੋਟ ਵਰਗਾ ਸਖਤ ਸੀ ਤੇ ਰੰਗ ਕਾਲੇ ਤਵੇ ਵਰਗਾ। ਚਿਹਰੇ ਤੇ ਬੈਠਵਾਂ ਚੌੜਾ ਜਿਹਾ, ਪੋਰ ਵਰਗਾ ਨੱਕ ਤੇ ਨੱਕ ਹੇਠਾਂ ਮੋਟੀਆਂ-ਮੋਟੀਆਂ ਅੱਧ ਕਾਲੀਆਂ ਭਾਰੀਆਂ ਮੁੱਛਾਂ, ਜਿਨ੍ਹਾਂ ਨੂੰ ਬਿੰਦੇ ਝੱਟੇ ਉਹ ਵੱਟ ਚਾੜਨ ਲੱਗ ਪੈਂਦਾ। ਤੇੜ ਉਹਦੇ ਮੈਲ ਅਟਿਆ ਪਰਨਾ ਸੀ ਤੇ ਗੱਲ ਸਦੀਆਂ ਤੋਂ ਅਣਧੋਤੀ ਬਨੈਣ। ਜਦੋਂ ਉਹ ਉਸ ਵੱਲ ਭਵੰਤਰਿਆ ਦੇਖ ਰਿਹਾ ਸੀ, ਉਹਨੇ ਵੱਡੀ ਸਾਰੀ ਨੀਕਰ ਵਾਲੇ ਮੁੰਡੇ ਨੂੰ ਆਵਾਜ਼ ਮਾਰੀ, ਓਏ ਭੂਜਣਾ। ਉਹਦੀ ਆਵਾਜ਼ ਵੀ ਗੋਰੇ ਨੂੰ ਉਹਦੇ ਬਟਰੂਪ ਚਿਹਰੇ ਵਰਗੀ ਜਾਪੀ। ਵੱਡੀ ਨਿੱਕਰ ਵਾਲਾ ਮੁੰਡਾ ਉਸ ਵੱਲ ਝਾਕਿਆ। ਉਹ ਬਾਹਰੋਂ ਲਿਆਂਦੇ ਛਾਨਣੇ ਥਾਈਂ ਸਿਰ ਟਿਕਾ ਰਿਹਾ ਸੀ ਤੇ ਉਹ ਪਹਿਲਾਂ ਹੀ ਅੱਕਿਆ ਹੋਇਆ ਜਾਪਦਾ ਸੀ। ਕੀ ਐ, ਲੱਗਿਆ ਸੰਗ ਪਾੜਨ? ਹੈਸ ਜਮੂਰੇ ਨੂੰ ਪੰਜਾਲੀ ਹੇਠ ਦੇ, ਝਾਕੀ ਜਾਂਦਾ ਜਿਵੇਂ ਬਾਪੂ ਦੇ ਸਹੁਰੀ ਆਇਆ ਹੁੰਦਾ। ਉਹਦੀ ਇਸ ਗੱਲ ਨਾਲ ਹਾਸਾ ਇੰਨਾ ਉੱਚਾ ਉੱਠਿਆ ਕਿ ਬਾਹਰ ਕੰਮ ਕਰ ਰਹੇ ਬੰਦੇ ਉੱਠ ਕੇ ਅੰਦਰ ਝਾਕਣ ਲੱਗ ਪਏ। ਓਏ ਤੁਸੀਂ ਅੰਦਰ ਕੀ ਧਮੱਟੀ ਪੱਟੀ ਓਏ? ਬਾਹਰੋਂ ਕਿਸੇ ਨੇ ਉੱਚੀ ਪਰ ਹਾਸੇ ਨਾਲ ਪੁੱਛਿਆ। ਇੰਨਾ ਮੂੰਹ ਟੱਡਣ ਲੱਗੇ ਹੋ? ਆ ਇੱਕ ਜਾਨਵਰ ਪਕੜ ਕਰ ਲਿਆਂਦਾ ਸਰਦਾਰ ਨੇ। ਉਸ ਬਡਰੂਪ ਬੰਦੇ ਨੇ ਸਰਦਾਰ ਦੀ ਕੋਠੜੀ ਜਿਹੀ ਵੱਲ ਝਾਕਦਿਆਂ ਹੌਲੀ ਜਿਹੀ ਕਿਹਾ, ਪਰ ਸਰਦਾਰ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਇਸ ਜਮੂਰੇ ਨੂੰ ਕਾਮ ਪੇ ਲਗਾਓ, ਹਸੀਂ ਕਿਆਸੇ ਮਚਾ ਰਹੇ ਹੋ ਆਪ ਲੋਗ? ਬਾਹਰੋਂ ਉੱਠ ਕੇ ਆਉਂਦੇ ਇੱਕ ਧੋਤੀ ਵਾਲੇ ਭਈਏ ਨੇ ਆਖਿਆ, ਪਰ ਗੋਰਾ ਉਹਨਾਂ ਦੀਆਂ ਇਹ ਅਜੀਬੋ ਗਰੀਬ ਗੱਲਾਂ ਸੁਣ ਕੇ ਸਹਿਮ ਗਿਆ ਸੀ। ਆ ਜਾ ਬਈਆੜੀ, ਵੱਡੀ ਨਿੱਕਰ ਵਾਲੇ ਮੁੰਡੇ ਨੇ ਗੋਰੇ ਨੂੰ ਹੱਥ ਦਾ ਇਸ਼ਾਰਾ ਕਰਦਿਆਂ ਆਖਿਆ। ਗੋਰਾ ਚੁੱਪ-ਚਾਪ ਆਲੇ ਦੁਆਲੇ ਨੂੰ ਕੋਚਰੀ ਵਾਂਗ ਵੇਂਦਾ ਉਸ ਕੋਲ ਚਲਾ ਗਿਆ। ਇਹਨਾਂ ਨੂੰ ਚੱਕ ਕੇ ਟਰੇ 'ਚ ਚਿਣੀ ਜਾ, ਤੇ ਫਿਰ ਉਸ ਆਪ ਹੀ ਟਰੇ 'ਚ ਬਿਸਕੁਟ ਚਿਣ ਕੇ ਵਿਖਾਉਂਦਿਆਂ ਕਿਹਾ, ਐਂ ਚਿਣੀ ਚੰਗਾ। ਗੋਰਾ ਉਸੇ ਤਰ੍ਹਾਂ ਕੰਮ ਕਰਨ ਲੱਗ ਪਿਆ, ਪਰ ਹੌਲੀ-ਹੌਲੀ ਇਸ ਡਰੋਂ ਬਿਸਕੁਟ ਬੋਚ ਕੇ ਜੇ ਚੁੱਕਦਾ ਮਤੇ ਟੁੱਟ ਨਾ ਜਾਣ। ਛੇਤੀ-ਛੇਤੀ ਚੁਣ, ਇਹ ਟੁੱਟਣਗੇ ਨਹੀਂ ਲੱਗੇ। ਮੁੰਡਾ ਉਹਦੇ ਤੇ ਹੱਸਣ ਲੱਗ ਪਿਆ, ਵਿੱਚੋਂ ਖਾਣ ਨਾ ਲੱਗ ਜੀ ਕਿਤੇ। ਗੋਰਾ ਉਸ ਵੱਲ ਰਤਾ ਕੁ ਝਾਕ ਕੇ ਮੁਸਕਰਾਇਆ। ਵੱਡੀ ਨਿੱਕਰ ਵਾਲਾ ਮੁੰਡਾ ਪੱਠ ਕੋਲੋਂ ਛਾਨਣੇ ਜਿਹੇ ਚੁੱਕ ਲਿਆਇਆ। ਆ ਵੀ ਲਾ ਦਈ ਚੰਗਾ। ਉਹ ਫੇਰ ਗੋਰੇ ਦੇ ਚੱਲਦਿਆਂ ਹੱਥਾਂ ਵੱਲ ਵੇਖਣ ਲੱਗ ਪਿਆ। ਉਹਨੂੰ ਪਤਾ ਨਹੀਂ ਕਿਉਂ ਉਹਦੇ ਨਾਲ ਲਗਾ ਜਿਹਾ ਹੋ ਗਿਆ ਸੀ। ਤੇਰਾ ਨਾਂ ਕੀ ਹੈ? ਮੁੰਡੇ ਨੇ ਉਹਦੇ ਉੱਤੇ ਝਾਕਦਿਆਂ ਪੁੱਛਿਆ। ਗੋਰਾ। ਗੋਰਾ ਕਿਹੜਾ ਪਿੰਡ ਹੈ ਤੇਰਾ? ਉਦੋਂ ਹੀ ਪੱਠ ਮੂਰੇ ਬੈਠਾ ਬਡਰੂਪ ਜਿਹਾ ਬੰਦਾ ਘੁਰਕਿਆ। ਡੂਚਣਾ, ਸਕੀਰੀ ਫੇਰ ਕੱਢੀ, ਪਹਿਲਾਂ ਆ ਆਪਣੇ ਪਤੰਦਰਾਂ ਨੂੰ ਚੱਕ ਕੇ ਲੈ ਜਾ। ਮੁੰਡਾ ਉਹਦੇ ਵੱਲ ਕੌੜਾ ਜਿਹਾ ਝਾਕਿਆ। ਉਹਦੀ ਆਵਾਜ਼ ਹੀ ਇੰਨੀ ਭੱਦੀ ਤੇ ਡਰਾਉਣੀ ਸੀ ਕਿ ਜਦੋਂ ਉਹ ਬੋਲਦਾ ਗੋਰਾ ਭਵੰਤਰਿਆਂ ਵਾਂਗ ਵੇਂਦਾ। ਮੁੰਡਾ ਭੱਠ ਵੱਲ ਕੁੜ-ਕੁੜ ਕਰਦਾ ਚਲਾ ਗਿਆ। ਵਾਹ ਬਈ ਵਾਹ, ਮੁੰਡਾ ਤਾਂ ਤੇਜ਼ ਬੜਾ ਏ। ਗੋਰੇ ਨੇ ਮਗਰ ਭੌਂ ਕੇ ਦੇਖਿਆ, ਜਿਹੜਾ ਬਾਹਰੋਂ ਉੱਠ ਕੇ ਆਇਆ ਸੀ ਉਹਦੇ ਸਿਰ ਤੇ ਖਲੋਤਾ ਆਪਣੇ ਸੁਕੜੂ ਮੂੰਹ ਨੂੰ ਮਰੋੜ ਰਿਹਾ ਸੀ। ਮੁੰਡਾ ਤਾਂ ਅਸਤਰ ਦਾ ਬੱਚਾ ਹੈ। ਭੱਦੀ ਆਵਾਜ਼ ਵਾਲੇ ਨੇ ਫਿਰ ਕਰੜ-ਕਰੜ ਕੀਤਾ। ਭੂਚਣ ਦਾ ਖਿਆਲ ਰੱਖਣਾ ਪੈਂਦਾ, ਇਹਨੇ ਵਿਗਾੜ ਦੇਣਾ ਅਸਤਰ ਦੇ ਬੱਚੇ ਨੂੰ।
ਉਸ ਦਿਨ ਅਜਿਹਾ ਗੱਲਾਂ ਕਰਦਿਆਂ ਸ਼ਾਮ ਹੋ ਗਈ। ਆਥਣੇ ਬਿਸਕੁਟਾਂ ਦੇ ਬੰਦ ਡੱਬੇ ਇੱਕ ਰੇਹੜੀ ਵਿੱਚ ਲੱਦੇ ਤੇ ਇੱਕ ਆਦਮੀ ਉਹਨੂੰ ਤੱਕ ਕੇ ਕਿਤੇ ਹੋਰ ਲੈ ਗਿਆ। ਵਿਹਲਾ ਹੋ ਕੇ ਜਦੋਂ ਵੱਡੀ ਸਾਰੀ ਨੀਕਰ ਵਾਲਾ ਮੁੰਡਾ ਨਲਕੇ ਹੇਠ ਹੱਥ ਪੈਰ ਧੋਣ ਲੱਗਿਆ ਤਾਂ ਗੋਰਾ ਉਸ ਕੋਲ ਖਲੋਤਾ ਉਹਦੇ ਨਾਲ ਗੱਲੀਂ ਜੁੱਟ ਗਿਆ। ਤੇਰਾ ਨਾਂ ਕੀ ਹੈ? ਗਿੱਟੇ ਨੂੰ ਜ਼ੋਰ ਨਾਲ ਮਲਦਿਆਂ ਉਹਨੇ ਕਿਹਾ, ਬਲਵਿੰਦਰ ਸਿੰਘ। ਉਹ ਤਾਂ ਮੈਨੂੰ ਡੂਚਣ ਆਉਂਦੇ ਆ। ਗੋਰਾ ਰਤਾ ਕੋ ਹੱਸਿਆ ਵੀ। ਐਵੇਂ ਭੈਣ ਦੇਣੇ। ਫਿਰ ਉਸ ਪਰੇ ਫਿਰਦੇ ਮੁੱਛਲ ਵੱਲ ਝਾਕ ਕੇ ਬਾਕੀ ਗੱਲ ਮੂੰਹ ਵਿੱਚ ਪਾਈ ਹੀ ਘੁੱਟ ਲਈ। ਤੂੰ ਕਿੱਥੇ ਰਹਿੰਦਾ? ਨਲਕਾ ਗੇਟ ਦੇ ਗੋਰੇ ਨੇ ਫਿਰ ਉਸਨੂੰ ਪੁੱਛਿਆ। ਪਿੰਡ, ਹੋਰ ਕਿੱਥੇ? ਇੱਥੇ 2-3 ਮੀਲ ਹੀ ਹੈ, ਨਾਲ ਹੀ ਹੈ। ਬਲਵਿੰਦਰ ਤਾਂ ਚਲਾ ਗਿਆ। ਗੋਰੇ ਦਾ ਜੀ ਕਰੇ ਉਹ ਵੀ ਉਸ ਨਾਲ ਹੀ ਤੁਰ ਜਾਵੇ। ਮੁੱਛਲ ਵੀ ਤੁਰ ਗਿਆ ਸੀ। ਸੁਕੜੂ ਜਿਹਾ ਜਿਸ ਦਾ ਨਾਂ ਪੀਤਰ ਸੀ ਉੱਥੇ ਹੀ ਰਹਿੰਦਾ ਸੀ। ਜਦੋਂ ਦਿਨ ਛਿਪ ਗਿਆ ਗੋਰੇ ਨੂੰ ਆਸਿਓਂ ਪਾਸਿਓਂ ਉਦਰੇਵੀਂ ਨੇ ਘੇਰ ਲਿਆ। ਚਿੱਤ ਹੋਰ ਹੀ ਤਰ੍ਹਾਂ ਦਾ ਹੋ ਗਿਆ। ਮਨ ਵਿੱਚ ਉਦਾਸੀ ਇੰਨੀ ਗੂੜੀ ਹੋ ਗਈ ਉਹਦਾ ਮਨ ਇੱਥੋਂ ਨੱਠ ਜਾਣ ਬਾਰੇ ਸੋਚਣ ਲੱਗ ਪਿਆ। ਪਿੰਡ ਤਾਂ ਉਹਨੇ ਇਸ ਵੇਲੇ ਮੋੜ ਉੱਤੇ ਬਹਿ ਕੇ ਮੁੰਡਿਆਂ ਨਾਲ ਜੜਾਂਗੇ ਮਾਰਦੇ ਹੋਣਾ ਸੀ ਜਾਂ ਕੱਦੂ ਨਾਲ ਲੱਤੋਂ ਲੱਤੀ ਹੋਣਾ ਸੀ। ਪੀਤਰ ਨੇ ਉਹਨੂੰ ਪਤਲੀਆਂ ਪਤਲੀਆਂ ਮੋਮੀ ਕਾਗਜ਼ ਵਰਗੀਆਂ 4 ਰੋਟੀਆਂ ਲਿਆ ਕੇ ਫੜਾਈਆਂ ਤੇ ਨਿੱਕੀ ਜਿਹੀ ਕੌਲੀ ਵਿੱਚ ਗੋਭੀ ਦੀ ਸਬਜ਼ੀ ਉਹਦੇ ਮੂਹਰੇ ਰੱਖਦਿਆਂ ਕਿਹਾ, ਲੈ ਬਈ ਮਿੱਤਰਾ, ਕਾਲਜਾ ਤਾਂ ਫੜ ਲੈ। ਨਾਲ ਹੀ ਉਸ ਚੇਤਾਵਨੀ ਦਿੰਦਿਆਂ ਕਿਹਾ, ਚੌਹਾਂ ਨਾਲ ਸਾਰਨਾ ਪੈਣਾ, ਐਦੋਂ ਵੱਧ ਇੱਕ ਬੁਰਕੀ ਵੀ ਨਹੀਂ ਮਿਲਣੀ। ਗੋਰਾ ਉਹਦੇ ਵੱਲ ਝਾਕਿਆ। ਵੇਂਦਾ ਕੀ ਹੈ? ਚੱਬ ਜਾ ਪਕੌੜਿਆਂ ਵਾਂਗੂ। ਗੋਰੇ ਨੇ ਇਹਦਾ ਇਉਂ ਚਬਰ ਚਬਰ ਬੋਲਣਾ ਬਹੁਤ ਹੀ ਪੈੜਾ ਜਾਪਿਆ, ਪਰ ਇਹਦੇ ਉੱਤਰ ਵਿੱਚ ਆਖਿਆ ਕੁਝ ਨਹੀਂ। ਹੱਥ ਵਿੱਚ ਮੋਮੀ ਕਾਗਜ਼ ਵਰਗੀਆਂ ਰੋਟੀਆਂ ਫੜੀ ਮੁੜੇ ਜਾਂਦੇ ਪੀਤਰ ਵੱਲ ਵੇਖੀ ਗਿਆ। ਉਹਨੇ ਰੋਟੀਆਂ ਨੂੰ ਇੱਕ ਵਾਰੀ ਫਿਰ ਹੱਥ ਵਿੱਚ ਕੁੱਟਿਆ। ਮੋਮੀ ਕਾਗਜ਼ ਵਰਗੀਆਂ ਰੋਟੀਆਂ ਜਿਹੜੀਆਂ ਘਿਓ ਨਾਲ ਤਾਂ ਗੱਚ ਜਾਪਦੀਆਂ ਸਨ ਵੱਲ ਵੇਖ ਕੇ ਗੋਰਾ ਫੇਰ ਵੇਖਣ ਲੱਗ ਪਿਆ। ਇੱਕ ਰੋਟੀ ਗੋਰੇ ਦੇ ਹਿਸਾਬ ਨਾਲ ਇੱਕੋ ਹੀ ਬੁਰਕੀ ਬਣਦੀ ਸੀ। ਗੋਰੇ ਨੇ ਰੋਟੀਆਂ ਵੱਲ ਫੇਰ ਗੌਰ ਨਾਲ ਦੇਖਿਆ। ਇਹ ਉਸਨੂੰ ਪਲਾਸਟਿਕ ਦੀ ਵੱਡੀ ਭੰਵੀਰੀ ਵਰਗੀਆਂ ਜਾਪੀਆਂ ਤੇ ਉਹ ਅੰਦਰੋਂ ਅੰਦਰ ਹੱਸ ਪਿਆ। ਖਾ ਲੈ ਬਈ, ਖਾ ਲੈ। ਆਪਣੀ ਰੋਟੀ ਲਿਆ ਕੇ ਮੰਜੇ ਤੇ ਰੱਖਦਿਆਂ ਪੀਤਰ ਨੇ ਉਹਦੀ ਵੰਨੀ ਝਾਕਦਿਆਂ ਕਿਹਾ, ਇਹਨਾਂ ਨੂੰ ਪਲੋਸੀ ਨਾ ਜਾ। 2 ਕੁ ਬੁਰਕੀਆਂ ਭੰਨ ਕੇ ਗੋਰੇ ਵੱਲ ਵੇਂਦਾ ਭੜਕ ਦੇ ਕੇ ਬੋਲਿਆ, ਤੂੰ ਤਾਂ ਯਾਰ ਫੜੇ ਕਾ ਵਾਂਗੂ ਬੈਠਾ ਏ, ਖਾ ਲੈ, ਹੈਰਾਨ ਨਾ ਹੋ। ਪੀਤਰ ਰਤਾ ਕੋ ਹੱਸਿਆ। ਹੁਣੇ ਤੱਕ ਪਿੰਡ ਦੀਆਂ ਹੀ ਦੌੜਾਂ ਖਾਂਦਾ ਰਿਹਾ, ਹੁਣ ਸ਼ਹਿਰ ਦੇ ਸਵਾਦ ਵੀ ਦੇਖ ਲੈ। ਸਾਲਾ ਸਵਾਦ ਦਾ ਹੋਇਆ। ਗੋਰੇ ਦੇ ਮਨ ਵਿੱਚ ਇਹ ਸੋਚਦਿਆਂ ਤੇ ਇੱਕ ਅਤੀ ਸੜੀ ਗਾਲ ਉਸ ਪੀਤਰ ਨੂੰ ਕੱਢੀ ਤੇ ਫਿਰ ਰੋਟੀ ਖਾਣ ਲੱਗ ਪਿਆ। ਪਿੰਡ ਤਾਂ ਉਹਦੀ ਬੀਬੀ ਦੀ ਪਾਈਏ ਪਾਈਏ ਦੀ ਰੋਟੀ ਹੁੰਦੀ ਹੈ। ਗੋਰਾ 3 ਖਾ ਕੇ ਡਕਾਰ ਮਾਰਦਾ ਸੀ। ਉਹਨੇ ਰੋਟੀਆਂ ਤਾਂ ਖਾ ਲਈਆਂ ਪਰ ਢਿੱਡ ਅਜੇ ਉਹਨੂੰ ਖਾਲੀ ਖਾਲੀ ਮਹਿਸੂਸ ਹੋ ਰਿਹਾ ਸੀ। ਸਬਜ਼ੀ ਵੀ ਜਿੰਨੀ ਕੁ ਸੀ ਉਸ ਅੰਦਰ ਸਿੱਟ ਲਈ, ਪਰ ਢਿੱਡ ਤਾਂ ਅਜੇ ਉਵੇਂ ਤਪਲੇ ਵਾਂਗ ਖਾਲੀ ਖੜਕਦਾ ਸੀ। ਰਾਤ ਨੂੰ ਉਹਨੂੰ ਭੁੱਖੇ ਢਿੱਡ ਕਿੰਨਾ ਚਿਰ ਨੀਂਦ ਨਾ ਆਈ। ਭੁੱਖੇ ਢਿੱਡ ਨੀਂਦ ਵੀ ਕੀ ਆਉਣੀ ਸੀ। ਮੋਮੀ ਕਾਗਜ਼ ਵਰਗੀਆਂ ਰੋਟੀਆਂ ਦੀਆਂ ਤਾਂ ਉਸ 4 ਬੁਰਕੀਆਂ ਕੀਤੀਆਂ ਤੇ 4 ਬੁਰਕੀਆਂ ਨਾਲ ਉਹਦਾ ਕੀ ਬਣਦਾ ਸੀ। ਮੰਜੇ ਤੇ ਉਸਲ ਵੱਟੇ ਲੈਂਦਿਆਂ ਸੋਚਦਾ ਰਿਹਾ, ਕਿੱਥੇ ਹੁਣ ਫਸ ਗਏ। ਪਿੰਡ ਹੁਣ ਨੂੰ ਕੱਦੂ ਨਾਲ ਖਰਮਸਤੀ ਕਰਨੀ ਸੀ ਤੇ ਇੱਥੇ ਤਾਂ ਭੈਣ ਦੇਣੇ ਦੇ ਸਰਦਾਰ ਨੇ ਜੇ 4 ਲੀਰਾਂ ਜਿਹੀਆਂ ਫੜਾਤੀਆਂ। ਮੂੰਹ ਵੇਖ ਸਾਲੇ ਦਾ ਕਿਵੇਂ ਬੋਕ ਵਾਂਗੂ ਨਾ ਰਗੜਿਆ। ਭਲਾ ਪੁੱਛਣ ਵਾਲਾ ਹੋਵੇ, ਇਹਦੇ ਬਿਨਾਂ ਟੱਟੀ ਨਹੀਂ ਆਉਂਦੀ। ਇਹਨਾਂ ਸੋਚਾਂ 'ਚ ਪਏ ਨੂੰ ਪਤਾ ਨਹੀਂ ਕਿਹੜੇ ਵੇਲੇ ਨੀਂਦ ਨੇ ਦੱਬ ਲਿਆ। ਤੜਕੇ ਵਾਹਵਾ ਮੂੰਹ ਹਨੇਰੇ ਪੀਤਰ ਨੇ ਉਸ ਨੂੰ ਹਲੂਣ ਕੇ ਜਗਾਇਆ। ਗੋਰੇ ਨੇ ਅੱਖਾਂ ਮਲਦਿਆਂ ਕਿਹਾ, ਕੀ ਹੈ? ਟੱਟੀ ਨਹੀਂ ਜਾਣਾ? ਕੀ ਹੈ? ਹਨੇਰਾ ਹੋਣ ਕਰਕੇ ਗੋਰੇ ਨੂੰ ਉਹਦਾ ਚਿੱਬੜ ਵਰਗਾ ਮੂੰਹ ਨਹੀਂ ਦਿਸਿਆ। ਉਸਦੀ ਇਸ ਸੁਰੱਖਿਅਤ ਆਵਾਜ਼ ਨਾਲ ਮਨ ਇੰਨਾ ਔਖਾ ਹੋ ਗਿਆ ਕਿ ਉੱਠ ਕੇ ਪੀਤਰ ਦੇ ਜੁੰਡਿਆਂ ਨੂੰ ਹੱਥ ਪਾ ਲਵੇ। ਪੀਤਰ ਨੇ ਫੇਰ ਚੱਬ ਕੇ ਆਖਿਆ, ਉੱਠ ਖੜ ਮੱਲਾ, ਇੱਥੇ ਨਾਨਕੇ ਆਇਆ। ਗੋਰਾ ਅੰਦਰੇ ਅੰਦਰ ਵੱਟ ਖਾਂਦਾ ਉੱਠ ਖੜੋਤਾ। ਪਿੰਡ ਜੇ ਮਹਿੰਦਰੋਂ ਖੇਸ ਖਿੱਚ ਕੇ ਜਗਾਉਂਦੀ ਤਾਂ ਉਹ ਸਗੋਂ ਹੋਰ ਖੇਸ ਦੱਬ ਲੈਂਦਾ। ਮੌਜੇ ਪੈ ਕੇ ਉਹ ਪੀਤਰ ਨਾਲ ਬਾਹਰ ਨੂੰ ਤੁਰ ਗਿਆ। ਸਵੇਰ ਨਿੱਗੀ ਸੀ। ਅਸਮਾਨ ਤੇ ਕੋਈ ਤਾਰਾ ਪਹਿਰਾ ਦੇ ਰਿਹਾ ਸੀ, ਪਰ ਚੌੜੀ ਸੜਕ ਤੇ ਦੋਦੀ ਭੈਂ ਭੈਂ ਕਰਦੇ ਖੇਸਾਂ ਭੂਰਿਆਂ ਦੀਆਂ ਬੁੱਕਲਾਂ ਮਾਰੀ ਸਾਈਕਲ ਭਜਾਈ ਜਾਂਦੇ ਸਨ। ਕੋਈ ਟਰੱਕ ਵੀ ਲੰਘਦਾ ਤਾਂ ਦੂਰੋਂ ਹੀ ਉਹਦੇ ਗੈਸ ਦਾ ਚਾਨਣ ਦਿਸਣ ਲੱਗ ਪੈਂਦਾ। ਸੜਕ ਟੱਪ ਕੇ ਉਹ ਰੇਲ ਲਾਈਨ ਤੇ ਚਲੇ ਗਏ। ਪੀਤਰ ਤਾਂ ਖਤਾਨਾਂ 'ਚ ਉਤਰ ਗਿਆ, ਪਰ ਗੋਰਾ ਨੇੜੇ ਹੀ ਬੈਠ ਗਿਆ। ਅੰਦਰ ਤਾਂ ਉਹਦਾ ਰਾਤ ਦਾ ਖਾਲੀ ਸੀ। ਜਦੋਂ ਪੀਤਰ ਨੇ ਉਹਨੂੰ ਹੱਥ ਧੋਣ ਲਈ ਆਵਾਜ਼ ਮਾਰੀ ਤਾਂ ਉਹਨੇ ਪਟੱਕ ਦੇਣੇ ਕਹਿ ਦਿੱਤਾ, ਮੈਂ ਨਹੀਂ ਧੋਣੇ, ਮੈਨੂੰ ਤਾਂ ਆਈ ਨਹੀਂ। ਹੱਥ ਧੋ ਕੇ ਉਹਦੇ ਕੋਲ ਆਉਂਦਿਆਂ ਪੀਤਰ ਨੇ ਕਿਹਾ, ਤੈਨੂੰ ਤਾਂ ਫਿਰ ਕਬਜੀ ਹੋ ਗਈ, ਸ਼ਹਿਰ ਦਾ ਪਾਣੀ ਫਿੱਟ ਨਹੀਂ ਤੈਨੂੰ। ਗੋਰਾ ਉਹਦੀ ਗੱਲ ਤੇ ਅਲੜਾ ਵਾਂਗ ਹੱਸ ਪਿਆ। ਹੱਸਦਾ ਕਾਹਤੋਂ ਹੈ? ਪੁਰਾਣੇ ਜੇ ਭੂਰੇ ਦੀ ਬੁੱਕਲ ਮਾਰਦਿਆਂ ਪੀਤਰ ਨੇ ਉਹਦੇ ਵੱਲ ਕਸੂਤਾ ਜਿਹੇ ਝਾਕਦਿਆਂ ਆਖਿਆ, ਇਹਦੇ 'ਚ ਹੱਸਣ ਵਾਲੀ ਕਿਹੜੀ ਗੱਲ ਹੈ? ਪੇਂਡੂ ਹੀ ਰਿਹਾ ਨਾ, ਅਜੱਡ। ਹੜ ਕਰਨ ਲੱਗ ਪਿਆ, ਬੇਅਕਲ। ਗੋਰਾ ਉਸਦੇ ਇੰਨੇ ਕਰੜੇ ਬੋਲ ਸੁਣ ਕੇ ਚੁੱਪ ਹੋ ਗਿਆ। ਮਨ 'ਚ ਸੋਚਦਿਆਂ ਹਰਖ ਨਾਲ ਉਹਦਾ ਸੰਗ ਭਾਰਾ ਹੋ ਗਿਆ। ਉਹਦੇ ਮਨ 'ਚ ਆਇਆ ਕਿ ਉਹ ਕਹਿ ਹੀ ਦੇਵੇ,
ਤੂੰ ਵੱਡੀ ਅਕਲ ਵਾਲਾ ਆਪਦਾ ਮੂੰਹ ਤਾਂ ਸ਼ੀਸ਼ੇ 'ਚ ਦੇਖ, ਮੂੰਹ ਕੁੱਤੀ ਜਾਦਾ ਜਿਵੇਂ ਸਾਗ ਵਾਲੀ ਬੋੜੀ ਤੋੜੀ ਹੁੰਦੀ ਹੈ। ਪਰ ਆਖਿਆ ਕੁਝ ਨਹੀਂ, ਇਸ ਡਰੋਂ ਕਿ ਉਹ ਸਰਦਾਰ ਨੂੰ ਨਾ ਦੱਸ ਦੇਵੇ, ਅਤੇ ਉਹ ਤਾਂ ਇੱਥੇ ਕੰਮ ਸਿੱਖਣ ਤੇ ਕਰਨ ਆਇਆ ਸੀ। ਜਦੋਂ ਮੁੜ ਕੇ ਆਏ ਤਾਂ ਵਾਹਵਾ ਚਿੱਟਾ ਦਿਨ ਚੜ੍ਹ ਆਇਆ ਸੀ। ਭੀਤਰ ਨੇ ਹੀ ਗੋਰੇ ਨੂੰ ਛੋਟੇ ਜਿਹੇ ਧਾਰੀਆਂ ਵਾਲੇ ਕੱਚ ਦੇ ਗਿਲਾਸ ਵਿੱਚ ਚਾਹ ਲਿਆ ਕੇ ਦਿੱਤੀ। ਗਿਲਾਸ ਅੱਧਾ ਹੀ ਸੀ। ਗੋਰਾ ਥੋੜ੍ਹੀ ਜਿੰਨੀ ਚਾਹ ਤੇ ਬੌਣੇ ਜਿਹੇ ਗਿਲਾਸ ਵੱਲ ਵੇਂਦਾ ਰਿਹਾ। ਭੀਤਰ ਦਾ ਹਾਸਾ ਉਹਦੇ ਸਿਰ ਵਿੱਚ ਵਧਾਉਣ ਵਾਂਗ ਪਿਆ। ਪੀ ਲੈ ਗੁਰਵੰਤ ਸਿਆਂ, ਕੰਮ ਵੀ ਕਹਿੰਦਾ ਏ, ਸਾਡੀ ਵੀ ਸਾਰ ਲੈ ਲਓ। ਗੋਰੇ ਨੇ ਚਾਹ 2 ਘੁੱਟਾਂ 'ਚ ਹੀ ਪੀ ਲਈ। ਪਿੰਡ ਤਾਂ ਉਹ ਥੋੜ੍ਹੀ ਚਾਹ ਪਿੱਛੇ ਰੱਟਾ ਪਾ ਲੈਂਦਾ ਸੀ। ਪਿੱਤਲ ਦੀ ਚਿਲਕਵੀਂ ਸੇਰ ਪੱਕੇ ਵਾਲੀ ਗੜਵੀ ਪੂਰੀ ਭਰ ਕੇ ਲੈਂਦਾ ਸੀ। ਇੰਨੀ ਕੁ ਚਾਹ ਨਾਲ ਤਾਂ ਉਹਦਾ ਸੰਗ ਹੀ ਮਸਾਂ ਗਿੱਲਾ ਹੋਇਆ ਸੀ। ਨਾਲੇ ਚਾਹ ਦਾ ਸੁਆਦ ਵੀ ਉਹਨੂੰ ਭੈੜਾ ਜਿਹਾ ਜਾਪਿਆ, ਜਿਵੇਂ ਵਿੱਚ ਚੁੱਲ੍ਹੇ ਦੇ ਸੁਆਹ ਘੋਲੀ ਹੋਵੇ। ਗੋਰੇ ਨੂੰ ਇਹ ਕਸਮੈਲੀ ਜਿਹੀ ਚਾਹ ਝੱਗੀ ਦੇ ਧੌਣ ਵਰਗੀ ਜਾਪੀ। ਨਾਲ ਹੀ ਉਸਨੂੰ ਬਾਪੂ ਤੋਂ ਸੁਣੀ ਇੱਕ ਗੱਲ ਯਾਦ ਆਉਂਦੀ ਗਈ। ਕੁੱਤਰੀ ਮਜ਼ਬੀ ਤੱਕੜ ਜੱਟ ਦੇ ਦਿਹਾੜੀ ਕਰਨ ਲੱਗਾ। ਤੱਕੜ ਦੀ ਬੇਬੇ ਖੇਤ ਕੈਲੀ ਜਿਹੀ ਦੁੱਧ ਸਖਣੋਂ ਚਾਹ ਲੈ ਕੇ ਗਈ। ਕੁੱਤਰੀ ਚਾਹ ਦਾ ਰੰਗ ਦੇਖ ਕੇ ਤੁੜਤੁੜੀਆਂ ਲਵੇ, ਪਰ ਬੁੜੀ ਉਹਨੂੰ ਬਾਰ-ਬਾਰ ਚਾਹ ਪੀਣ ਨੂੰ ਆਖ ਰਹੀ ਸੀ। ਅੱਕ ਕੇ ਕੁੱਤਰੀ ਬੋਲਿਆ, ਜਾ ਪਰੇ ਲੈ ਜਾ, ਮੈਂ ਨਹੀਂ ਪੀਣੀ ਪੁਣੀ, ਚਾਹ ਲਈ ਫਿਰਦੀ ਐ ਝੱਗੀ ਦਾ ਧੌਣ ਜਿਹਾ। ਇਹ ਗੱਲ ਸੁਣਦਿਆਂ ਹਾਸੇ ਨਾਲ ਗੋਰੇ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ। ਭੀਤਰ ਉਹਨੂੰ ਦੁਕਾਨ ਦੇ ਪਿਛਲੇ ਪਾਸੇ ਦੀ ਸਰਦਾਰ ਦੇ ਘਰ ਲੈ ਗਿਆ। ਸੀਮੈਂਟ ਦੀ ਖੁਰਲੀ ਉੱਤੇ ਇੱਕ ਕਾਲੀ ਪਿੰਡਾ ਲਿਸ਼ਕਵੀਂ ਮੈਂ ਤੇ ਡੱਬ ਖੜੱਬੀ ਗਾਂ ਬੰਨੀ ਹੋਈ ਸੀ। ਪਰ ਇਹ ਨਿੱਕੇ ਜਿਹੇ ਪਾਣੀ ਵਾਲੇ ਟੱਬ ਨੂੰ ਖੁਰਲੀ ਬਣਾ ਕੇ ਕਟੜੂ ਵਛੜੂ ਬੰਨੇ ਹੋਏ ਸਨ। ਭੀਤਰ ਪਰੇ ਕੰਧ ਨਾਲ ਪਿਆ ਛੱਜ ਵਰਗਾ ਲੋਹੇ ਦਾ ਤੁਹਾਕੜੀਆ ਜਿਹਾ ਚੁੱਕ ਲਿਆਇਆ ਤੇ ਗੋਰੇ ਕੋਲ ਰੱਖਦਿਆਂ ਆਖਿਆ, ਇਹਦੇ 'ਚ ਗੋਹਾ ਪਾ ਕੇ ਬਾਹਰ ਸਿੱਟਾ। ਗੋਰਾ ਉਸ ਵੱਲ ਕਣਖਾ ਜਿਹਾ ਹੋ ਕੇ ਝਾਕਿਆ, ਪਰ ਉਹ ਇੱਕੋ ਸਾਏ ਬੋਲਦਿਆਂ ਕਹਿ ਗਿਆ, ਪਾਲੇ ਥਾਂ ਮੈਂ ਦੱਸਦਾ ਕਿੱਥੇ ਸਿੱਟਣਾ। ਪਰ ਗੋਰਾ ਤਾਂ ਉਸੇ ਤਰ੍ਹਾਂ ਸਿੱਲ ਪੱਥਰ ਹੋਇਆ ਖਲੋਤਾ ਸੀ। ਓਏ ਚੱਕ ਲਿਆ। ਗੋਰਾ ਫੇਰ ਉਹਦੇ ਵੱਲ ਅੱਖਾਂ ਦੇ ਪਿੱਫਣ ਚੁੱਕ ਕੇ ਆਖਿਆ, ਪਰ ਆਖਿਆ ਕੁਝ ਨਾ। ਓਏ ਮੈਂ ਤੈਨੂੰ ਕੀ ਆਖਿਆ? ਕਮਾਲ ਹੋ ਗਈ ਹੈਂ। ਭੀਤਰ ਨੇ ਉਹਦੇ ਕੋਲ ਆ ਕੇ ਉਸਦਾ ਮੋਢਾ ਝੂੰਡਦਿਆਂ ਕਿਹਾ, ਓਏ ਤੈਨੂੰ ਸੁਣਿਆ ਕਿ ਨਹੀਂ? ਗੋਹਾ ਨਹੀਂ ਮੈਂ ਸਿੱਟਣਾ। ਗੋਰੇ ਦੇ ਬੋਲ 'ਚ ਘਬਰਾਹਟ ਸੀ। ਕਿਉਂ ਸਿੱਟਣਾ ਕਾਹਤੋਂ ਨਹੀਂ? ਮੈਂ ਨਹੀਂ ਸਿੱਟਣਾ ਗੋਹਾ। ਗੋਰਾ ਤਾਂ ਪੂਸਰਿਆ ਖੜੋਤਾ ਸੀ। ਭੀਤਰ ਵੀ ਹੁਣ ਵਾੜ 'ਚ ਉਸੇ ਬਿੱਲੇ ਵਾਂਗ ਮਹਿਸੂਸ ਕਰਨ ਲੱਗ ਪਿਆ ਸੀ। ਇਹ ਤਾਂ ਸਿੱਟਣਾ ਪਊਗਾ ਮੱਲਾ ਸਰਦਾਰ ਜੀ। ਉਹਨੇ ਧੌਣ ਉਗਾਸ ਕੇ ਆਵਾਜ਼ ਮਾਰੀ। ਸਰਦਾਰ ਠਾਠੀ ਬਣਦਾ ਉਹਨਾਂ ਕੋਲ ਆ ਬੋਲਿਆ, ਕੀ ਗੱਲ ਹੈ? ਇਹ ਕਹਿੰਦਾ ਜੀ ਮੈਂ ਨਹੀਂ ਸਿੱਟਦਾ ਗੋਹਾ। ਕਿਉਂ ਬਈ ਗੋਰਾ ਸਿਆਂ? ਸਰਦਾਰ ਨੇ ਉਹਦੇ ਕੋਲ ਆਉਂਦਿਆਂ ਬੰਨੀ ਤਾੜੀ ਤੇ ਥਪੇੜੇ ਜਿਹੇ ਮਾਰ ਕੇ ਦਾੜੀ ਜਮਾਉਂਦਿਆਂ ਬੜੀ ਹਲੀਮੀ ਤੇ ਮਿਠਾਸ ਭਰੇ ਸ਼ਬਦਾਂ ਨਾਲ ਪੁੱਛਿਆ, ਕੰਮ ਕਰਨ ਨੂੰ ਤਾਂ ਲਿਆਂਦਾ ਤੈਨੂੰ, ਹੋਰ ਤੂੰ ਕੀ ਕਰੇਂਗਾ? ਇਹ ਕੰਮ ਤਾਂ ਕਰਨਾ ਹੀ ਪਊਗਾ। ਕੀ ਕਹਿੰਦਾ? ਉਹਨੇ ਗੋਰੇ ਵੱਲ ਨੀਝ ਲਾ ਕੇ ਵੇਂਦਿਆਂ ਕਿਹਾ। ਗੋਰੇ ਦੀ ਕੋਈ ਵਾਹ ਨਹੀਂ ਚੱਲਦੀ ਸੀ। ਗੋਹਾ ਸਿੱਟਣ ਵਾਲੀ ਗੱਲ ਤੇ ਉਹਦੇ ਸਿਰ ਬੰਬ ਵਰਗੀ ਫਟੀ ਸੀ। ਉਹਨੇ ਕਦੇ ਪਿੰਡ ਨਹੀਂ ਸੀ ਗੋਹੇ ਨੂੰ ਹੱਥ ਲਾਇਆ। ਇਹ ਕੰਮ ਨਹੀਂ ਮੈਂ ਕਰਨਾ। ਹੋਰ ਕੀ ਕਰੇਂਗਾ? ਸਰਦਾਰ ਨੂੰ ਮਾੜੀ ਜੀ ਤਲਖੀ ਆਈ। ਹੋਰ ਜੋ ਮਰਜ਼ੀ ਕਰਾ ਲਓ। ਉਹਦੇ ਚਿੱਤ 'ਚ ਆਈ ਉਹ ਆਖ ਦੇਵੇ, ਗੋਹਾ ਸਿੱਟਣਾ ਸੀ ਤਾਂ ਪਿੰਡ ਥੋੜ੍ਹਾ ਸੀ, ਇੱਥੇ ਕੀ ਮੈਂ ਕਰਨ ਆਉਣਾ ਸੀ। ਪਰ ਬੋਲਿਆ ਨਹੀਂ, ਉਸੇ ਤਰ੍ਹਾਂ ਥੰਮ ਬਣਿਆ ਖਲੋਤਾ ਰਿਹਾ। ਕਾਕਾ ਇਹ ਕੰਮ ਤਾਂ ਤੈਨੂੰ ਕਰਨਾ ਹੀ ਪਊ। ਸਰਦਾਰ ਨੇ ਉਹਨੂੰ ਹਲੀਮੀ ਨਾਲ ਸਮਝਾਉਣਾ ਚਾਹਿਆ, ਬਲੌਰ ਸਿਓ ਤੇਰੀ ਇਸ ਮਹੀਨੇ ਦੀ ਤਨਖਾਹ ਸਾਥੋਂ ਲੈ ਗਿਆ। ਉਹਦੇ ਵੱਲ ਫੇਰ ਝਾਕਿਆ। ਸਰਦਾਰ ਨੇ ਰਤਾ ਕੁ ਰੋਕ ਕੇ ਫੇਰ ਆਖਿਆ, ਇਹ ਕੰਮ ਤਾਂ ਤੈਨੂੰ ਹਰ ਹਾਲਤ ਕਰਨਾ ਹੀ ਪੈਣਾ। ਸਰਦਾਰ ਨੇ ਤਨਖਾਹ ਦੇਣ ਦਾ ਝੂਠ ਕੋਲੋਂ ਹੀ ਕੜਿਆ ਸੀ। ਗੋਰੇ ਨੂੰ ਯਾਦ ਆਇਆ, ਮਾਮਾ ਜਿੰਨਾ ਚਿਰ ਉੱਥੇ ਬੈਠਾ ਰਿਹਾ ਸੀ ਉਹਦੇ ਕੋਲ ਹੀ ਰਿਹਾ ਸੀ। ਪੈਸੇ ਉਹ ਕਿਹੜੇ ਵੇਲੇ ਲੈ ਗਿਆ? ਪੈਸੇ ਕਦੋਂ ਲਏ ਉਹਨੇ? ਗੋਰਾ ਉਹਦੇ ਵੱਲ ਵੱਢ ਖਾਣੀਆਂ ਨਜ਼ਰਾਂ ਨਾਲ ਝਾਕਿਆ। ਜਦੋਂ ਪਹਿਲਾਂ ਆਇਆ ਸੀ ਉਦੋਂ ਲੈ ਗਿਆ ਸੀ। ਕਿੰਨਾ ਚਿਰ ਗੋਰਾ ਆਪਣੀ ਗੱਲ 'ਤੇ ਅੜਿਆ ਰਿਹਾ। ਉਸ ਸੋਚ ਲਿਆ ਸੀ ਪਿੰਡ ਬੇਸ਼ੱਕ ਮੁੜ ਜਾਵੇ ਪਰ ਗੋਹਾ ਨਹੀਂ ਸਿੱਟਣਾ, ਤੇ ਉਹਨੇ ਇਹ ਕਹਿ ਵੀ ਦਿੱਤਾ। ਪਰ ਸਰਦਾਰ ਨੇ ਬੜਾ ਕਰੜਾ ਹੋ ਕੇ ਆਖਿਆ, ਪਿੰਡ ਤੂੰ ਕਿਵੇਂ ਚਲੇਂਗਾ? ਪਿੰਡ ਤੂੰ ਕਿਵੇਂ ਚਲਿਆ ਜਾਵੇਂਗਾ? ਸਾਡੇ ਪੈਸੇ ਪੂਰੇ ਕਰਕੇ ਜਾ। ਮਹੀਨਾ ਪੂਰੇ ਹੋਏ ਤੇ ਜਿੱਥੇ ਤੇਰੀ ਮਰਜ਼ੀ ਹੋਈ ਚਲਾ ਜਾਈਂ, ਅਸੀਂ ਤਾਂ ਇੱਥੋਂ ਫਿਰ ਕੀ ਕਰਾਉਣਾ। ਇਹ ਗੱਲਾਂ ਸੁਣ ਕੇ ਗੋਰਾ ਬੱਗੀਆਂ ਜਿਹੀਆਂ ਅੱਖਾਂ ਕੱਢ ਕੇ ਉਸ ਵੱਲ ਝਾਕਿਆ। ਸਰਦਾਰ ਨੇ ਫੇਰ ਕਿਹਾ, ਜੇ ਭੱਜਣ ਲੱਗਿਆ ਤਾਂ ਪੁਲਿਸ ਨੂੰ ਪਕੜਾ ਦਿਆਂਗੇ, ਦੌੜਨ ਬਾਰੇ ਨਾ ਸੋਚੀ। ਗੋਰਾ ਸੱਚੀ ਡਰ ਗਿਆ। ਪੁਲਿਸ ਦੇ ਨਾਂ ਤਾਂ ਉਹ ਧੰਦਕ ਹੀ ਗਿਆ। ਚੱਲ ਚੁੱਕ ਕੇ ਬਾਹਰ ਸੁੱਟ। ਸਰਦਾਰ ਦਾ ਜਾਦੂ ਚੱਲ ਗਿਆ। ਉਸ ਨੂੰ ਡਰਾ ਧਮਕਾ ਕੇ ਗੋਹਾ ਸਿੱਟਣ ਲਾ ਹੀ ਦਿੱਤਾ। ਪਰ ਉਸ ਦਿਨ ਗੋਰਾ ਸਾਰੀ ਦਿਹਾੜੀ ਬੁਝਿਆ ਰਿਹਾ। ਕੰਮ ਉਹ ਕਰਦਾ ਰਿਹਾ, ਹਾਸਾ ਮਖੌਲ ਵੀ ਹੁੰਦਾ ਰਿਹਾ। ਉਹਦਾ ਮਨ ਬਿੰਦੇ ਝੱਟੇ ਪਿੰਡ ਵੱਲ ਪਹੁੰਚ ਜਾਂਦਾ। ਉਹ ਇਉਂ ਗੁੰਮਸੁੰਮ ਜਿਹਾ ਹੋਇਆ ਕੰਮ ਕਰਦਾ ਰਿਹਾ। ਇੱਕ ਦੋ ਵਾਰੀ ਉਹਦੇ ਹੱਥਾਂ 'ਚ ਕੁਝ ਡਿੱਗ ਪੈਂਦਾ ਤੇ ਮੁੱਛਲ ਉਹਨੂੰ ਭੱਜ ਪੈਂਦਾ। ਅੱਥ ਨੇ ਭੀਤਰ ਉਹਨੂੰ ਭੱਠਾ ਮੰਡੀ ਲੈ ਗਿਆ।
ਕੁਤਰੇ ਹੋਏ ਪੱਠੇ ਖਰੀਦ ਕੇ ਬੋਰੀ ਗੋਰੇ ਦੇ ਸਿਰ ਉੱਤੇ ਧਰ ਕੇ ਉਹ ਆਪ ਸਾਰੇ ਰਾਹ ਬਾਹਾਂ ਲਮਕਾਉਂਦਾ ਆਇਆ। ਗੋਰੇ ਨੂੰ ਇੱਕ ਚੜ੍ਹੇ ਇੱਕ ਲਹੇ। ਉਹਦਾ ਜੀ ਕਰੇ ਉਹ ਪੱਠਿਆਂ ਵਾਲੀ ਬੋਰੀ ਥਾਂ ਹੀ ਸੁੱਟ ਕੇ ਨੱਠ ਜਾਵੇ, ਪਰ ਡਰਦਾ ਵੀ ਸੀ ਉਹਨੂੰ ਭੀਤਰ ਫੜ ਲਵੇਗਾ। ਨਾਲੇ ਉਹ ਬਿਗਾਨੇ ਤੇ ਓਪਰੇ ਥਾਂ ਤੋਂ ਵੀ ਚੱਲਦਾ ਸੀ। 4-5 ਦਿਨ ਹੋਰ ਲੰਘ ਗਏ। ਦਿਨੇ ਉਹ ਫੈਕਟਰੀ 'ਚ ਕੰਮ 'ਚ ਰੁੱਝਿਆ ਰਹਿੰਦਾ, ਦੂਜਿਆਂ ਦਾ ਮਖੌਲ ਬਣਿਆ ਰਹਿੰਦਾ। ਹੁਣ ਬਿੰਦਰ ਦੇ ਮਗਰ ਉਹ ਨਹੀਂ ਪੈਂਦੇ ਸਨ। ਸਵੇਰੇ ਸਵੇਰੇ ਗੋਹਾ ਸੁੱਟਣਾ, ਪਰ ਮਨ ਇੰਨਾ ਔਖਾ ਹੁੰਦਾ ਕਿ ਉਹਦੀ ਵਾਹ ਕੋਈ ਨਹੀਂ ਜਾਂਦੀ ਸੀ। 4 ਫੁਲਕਿਆਂ ਨਾਲ ਉਹ ਅੱਧਿਓਂ ਬਹੁਤਾ ਭੁੱਖਾ ਰਹਿੰਦਾ। ਚਾਹ ਵੱਲੋਂ ਉਹਨੂੰ ਵੱਖ ਉਬਾਸੀਆਂ ਆਉਂਦੀਆਂ। ਉਹਦਾ ਚਿੱਤ 'ਚ ਹਰਖ ਇੰਨਾ ਆਉਂਦਾ ਕਿ ਉਹ ਭੀਤਰ ਸਣੇ ਸਰਦਾਰ ਦੇ ਇੱਟਾਂ ਮਾਰ ਕੇ ਸਿਰ ਭੰਨ ਦੇਵੇ, ਪਰ ਉਹਦੇ ਇਹ ਵੱਸ ਦਾ ਰੋਗ ਨਹੀਂ ਸੀ। ਉਹ ਆਪਣੇ ਆਪ ਨੂੰ ਸ਼ਿਕੰਜੇ 'ਚ ਫਸਿਆ ਮਹਿਸੂਸ ਕਰਦਾ। ਜਦੋਂ ਕਦੇ ਮੁੱਛਲ ਜਾਂ ਭੀਤਰ ਉਹਨੂੰ ਕੁਰੱਖਤ ਸ਼ਬਦਾਂ ਨਾਲ ਕੰਮ ਕਹਿੰਦਾ ਤਾਂ ਗੋਰਾ ਉਹਨਾਂ ਵੱਲ ਪਾਲ ਖਾਣੀਆਂ ਨਜ਼ਰਾਂ ਨਾਲ ਵੇਂਦਾ। ਉਹ ਅੱਗੋਂ ਕਹਿੰਦੇ, ਡੇਲੇ ਪੜ ਨਾ ਵੇਖ, ਕੰਮ 'ਚ ਧਿਆਨ ਰੱਖ। ਵੱਡਿਓਂ ਤੜਕੇ ਗੋਰੇ ਦੀ ਅੱਖ ਖੁੱਲ੍ਹੀ। ਰਾਤ ਨੂੰ ਨਿੱਤ ਹੀ ਉਹਨੂੰ ਮੰਜੇ ਉੱਤੇ ਇਕੱਲੀ ਦਰੀ ਤੋੜ ਤੋੜ ਖਾਂਦੀ। ਬਾਹਰ ਸੜਕ 'ਤੇ ਕੋਈ ਲੰਘਦਾ ਸਾਈਕਲ 'ਤੇ ਪੈਂ ਪੈਂ ਕਰਦਾ ਸੀ। ਸੋਚਾਂ ਨਾਲ ਉਹ ਰੁਲਿਆ ਪਿਆ ਸੀ। ਜੇ ਪਿੰਡ ਹੁੰਦੇ ਤਾਂ ਨਿੱਘੇ ਬਿਸਤਰੇ ਵਿੱਚ ਬਹਿ ਕੇ ਚਾਹ ਪੀਂਦੇ। ਇੱਥੇ ਉਹਨੂੰ ਸੰਸਾ ਸੀ ਬਿੰਦ ਝੱਟ ਨੂੰ ਭੀਤਰ ਉੱਠ ਕੇ ਝਿੜਕਾ ਦੇਣ ਲੱਗ ਪਏਗਾ। ਉਹਦੇ ਮਨ 'ਚ ਕੁਝ ਆਇਆ। ਉਹਨੇ ਮੰਜੇ ਉੱਤੇ ਪਿਆ ਹੀ ਜੇਬ 'ਚ ਬੀਬੀ ਦੇ ਦਿੱਤੇ ਰੁਪਈਏ ਉਂਗਲੀਆਂ ਨਾਲ ਟੋਹੇ। ਫਿਰ ਉਹਨੇ ਪਿਆ ਹੀ ਧੌਣ ਉਗਾਜ਼ ਕੇ ਭੀਤਰ ਦੇ ਮੰਜੇ ਵੱਲ ਨਿਗਾਹ ਮਾਰੀ। ਉਹ ਦੱਬਵੇਂ ਕੁਰਾੜੇ ਮਾਰ ਰਿਹਾ ਸੀ। ਉਹ ਮਲਕ ਕੁ ਦੇਣੇ ਉੱਠ ਕੇ ਲੱਭ ਕੇ ਮੌਜੇ ਪੈਰਾਂ 'ਚ ਅੜਾਏ। ਪਜਾਮਾ ਵੀ ਉਹਨੇ ਚੁੱਪ-ਚਾਪ ਬਿਨਾਂ ਖੜਕਾ ਕੀਤੇ ਪਾ ਲਿਆ। ਪੱਗ ਬੰਨ੍ਹ ਕੇ ਘਰੋਂ ਲਿਆਂਦੇ ਚਿੱਟੇ ਟੋਟੇ ਦੀ ਬੁੱਕਲ ਮਾਰਦਿਆਂ ਜਦੋਂ ਉਹ ਤੁਰਨ ਲੱਗਾ ਤਾਂ ਹਨੇਰੇ 'ਚ ਪਈ ਖਾਲੀ ਪੀਪੇ 'ਚੋਂ ਤਾਂ ਪੈਰ ਵੱਜਿਆ। ਕੌਣ ਹੈ? ਭੀਤਰ ਉੱਬੜ ਵਾਹੇ ਉੱਠਿਆ। ਗੋਰਾ ਅੰਦਰਲੇ ਵਾਹਵਾ ਸੰਘਣੇ ਹਨੇਰੇ 'ਚ ਡਰ ਗਿਆ। ਮੈਂ ਆ, ਤੂੰ ਕੀ ਕਰਦਾ? ਭੀਤਰ ਨੇ ਉੱਠ ਕੇ ਬਹਿੰਦਿਆਂ ਅੱਖਾਂ ਮਲਦਿਆਂ ਉਹਦੇ ਵੱਲ ਦੇਖਿਆ। ਗੋਰੇ ਨੂੰ ਕੁਝ ਨਾ ਸੁੱਚੇ। ਡਰ ਤੇ ਕਾਂਬਾ ਉਹਨੂੰ ਝੁੰਝੜੀਆਂ ਦੇਈ ਜਾਂਦਾ ਸੀ, ਪਰ ਫੇਰ ਜੇਰਾ ਕਰਕੇ ਬੋਲਿਆ, ਮੇਰਾ ਢਿੱਡ ਦੁਖਦਾ, ਟੱਟੀ ਚੱਲਿਆ। ਭੀਤਰ ਬਿੰਦ ਕੁ ਖਿਲ ਰਹੀਆਂ ਜਟੂਰੀਆਂ ਖੁਰਕਦਾ ਰਿਹਾ। ਫਿਰ ਖੇਸ ਵਲੇਟ ਕੇ ਪੈਂਦਿਆਂ ਕਿਹਾ, ਚੰਗਾ ਜਾਇਆ, ਜਦੋਂ ਥੋੜ੍ਹਾ ਖਾ ਲਿਆ ਕਰੇ। ਗੋਰੇ ਨੇ ਚਿੱਤ 'ਚ ਉਹਨੂੰ ਮਾਂ ਦੀ ਗਾਲ ਕੱਢੀ ਤੇ ਹੌਲੀ ਇੱਕ ਦਿਨ ਆਖਿਆ, ਜਿਹੜਾ ਭੀਤਰ ਨੂੰ ਸੁਣਿਆ ਨਹੀਂ, ਖਾਣ ਨੂੰ ਕਿ ਮੈਨੂੰ ਸਾਲਿਓ ਤੁਸੀਂ ਮੈਨੂੰ ਪਰੌਂਠੇ ਪਕਾ ਕੇ ਦਿੰਦੇ ਹੋ? ਤੇ ਗੋਰਾ ਬਾਹਰ ਸੜਕ ਉੱਤੇ ਆ ਗਿਆ। ਵੱਡੀ ਸੜਕ ਤੱਕ ਉਹ ਚੁੱਪ-ਚਾਪ ਤੁਰਿਆ ਆਇਆ। ਫਿਰ ਉਸ ਮਗਰ ਭੌਂ ਕੇ ਦੇਖਿਆ, ਕਿਤੇ ਭੀਤਰ ਮਗਰ ਨਾ ਆਉਂਦਾ ਹੋਵੇ, ਪਰ ਸੜਕ ਸਾਰੀ ਸੁੰਨੀ ਪਈ ਸੀ ਤੇ ਉਹ ਪੈਰ ਤੋਂ ਹੀ ਸਿਰ ਮੈਦਾਨ ਨਾ ਟੁੱਟਿਆ ਤੇ ਕਿੰਨੀ ਵਾਟ ਉਹ ਛੜੱਪੀ ਭੱਜਦਾ ਆਇਆ। ਇੱਕ ਮੋੜ 'ਤੇ ਸਾਈਕਲ ਵਾਲੇ 'ਚ ਵੱਜਦਾ ਮਸਾਂ ਬਚਿਆ। ਸਾਈਕਲ ਵਾਲੇ ਉਹਦੇ ਵੱਲ ਕਸੂਤਾ ਜਿਹਾ ਵੇਂਦਾ ਬੁੜਬੁੜ ਕਰਨ ਲੱਗ ਪਿਆ, ਪਰ ਗੋਰਾ ਸ਼ੁਦਾਈਆਂ ਵਾਂਗ ਫੇਰ ਭੱਜ ਤੁਰਿਆ। ਟਰਾਂਸਫਾਰਮ ਵਾਲੇ ਖੰਭਿਆਂ ਕੋਲ ਖੜ੍ਹ ਕੇ ਉਹ ਆਪਣਾ ਚੜ੍ਹਿਆ ਦਮ ਟਿਕਾਉਣ ਲੱਗ ਪਿਆ। ਨੇੜੇ ਹੀ ਇੱਕ ਸੁੱਕੜ ਜਿਹਾ ਬੰਦਾ ਥਾਂ ਸੰਭਰ ਰਿਹਾ ਸੀ। ਗੋਰੇ ਨੇ ਉਹਨੂੰ ਪੁੱਛਿਆ, ਬਈ ਬੱਸਾਂ ਦਾ ਅੱਡਾ ਕਿੱਧਰ ਹੈ? ਉਹਦਾ ਸਾਹ ਅਜੇ ਟਿਕਿਆ ਨਹੀਂ ਸੀ। ਥਾਂ ਸੰਭਰਨੋਂ ਹਟ ਕੇ ਉਸ ਪਹਿਲਾਂ ਲੰਮੇ ਲੰਮੇ ਸਾਹ ਲੈ ਰਹੇ ਮੁੰਡੇ ਵੱਲ ਵੇਖਿਆ। ਫਿਰ ਭਰੜਾਈ ਜਿਹੀ ਆਵਾਜ਼ ਵਿੱਚ ਬੋਲਿਆ, ਸਿੱਧੇ ਤੁਰੇ ਜਾਓ, ਆਗੇ ਇੱਕ ਚੌਂਕ ਆਏਗਾ, ਫਿਰ ਬਾਏਂ ਹੱਥ ਮੁੜ ਜਾਣਾ। ਗੋਰੇ ਨੂੰ ਉਹਦੀ ਕੱਖ ਸਮਝ ਨਾ ਪਈ, ਪਰ ਉਹ ਸੀਧੇ ਤੁਰੇ ਜਾਓ ਜ਼ਰੂਰ ਸਮਝ ਗਿਆ। ਚੌਂਕ 'ਚ ਆ ਕੇ ਉਹ ਇੱਕ ਹੋਰ ਸਾਈਕਲ ਵਾਲੇ ਨੂੰ ਪੁੱਛਿਆ। ਉਹ ਉਸਨੂੰ ਖੱਬੇ ਹੱਥ ਮੁੜਦੀ ਚੌੜੀ ਸੜਕ ਪਾ ਦਿੱਤਾ। ਦਿਨ ਵਾਹਵਾ ਚੜ੍ਹ ਆਇਆ ਸੀ। ਬੱਸਾਂ ਇੱਧਰੋਂ ਉੱਧਰੋਂ ਭੱਜੀਆਂ ਜਾਂਦੀਆਂ ਸਨ। ਗੋਰਾ ਨਾਲੇ ਤੁਰਿਆ ਜਾਂਦਾ ਸੀ, ਨਾਲੇ ਮਗਰ ਮਗਰ ਮੁੜ ਮੁੜ ਝਾਕਦਾ ਜਾਂਦਾ ਸੀ। ਸਾਹਮਣੇ ਰੇਲ ਦਾ ਫਾਟਕ ਸੀ। ਫਾਟਕ ਬੰਦ ਹੋਣ ਕਾਰਨ ਬੱਸਾਂ, ਟਰੱਕ ਅਤੇ ਰਿਕਸ਼ੇ ਰੁਕੇ ਖੜੋਤੇ ਸਨ। ਗੋਰਾ ਭਵੰਤਰਿਆਂ ਵਾਂਗ ਇੱਧਰ ਉੱਧਰ ਵੇਖਣ ਲੱਗ ਪਿਆ। ਉਦੋਂ ਹੀ ਕੰਨ ਪਾੜਵੀਂ ਰੇਲ ਦੀ ਚੀਕ ਸੁਣੀ ਤੇ ਧਰਤੀ ਧਮਕਾਉਂਦੀ ਗੱਡੀ ਉਹਦੇ ਦਿਲ ਨੂੰ ਹੌਲ ਛਾੜਦੀ, ਭਵਾਕੇ ਚੜ੍ਹਦੀ ਅੱਗ ਲੱਗੀ ਵਾਂਗ ਲੰਘੀ। ਫਾਟਕ ਲੰਘ ਕੇ ਉਸ ਇੱਕ ਚਾਹ ਬਣਾਉਣ ਵਾਲੇ ਤੋਂ ਬੱਸ ਅੱਡੇ ਬਾਰੇ ਫੇਰ ਪੁੱਛਿਆ, ਮਤੇ ਉਹ ਉਲਝ ਜਾਵੇ। ਚਾਹ ਬਣਾਉਣ ਵਾਲਾ ਕਰੂੰਗ ਜਿਹਾ ਬੰਦਾ ਪੱਥਰ ਦੇ ਕੋਲਿਆਂ ਨਾਲ ਭੱਠੀ ਪਕਾਉਂਦਾ ਧੂੰਏਂ ਨਾਲ ਧੂਖੜ ਰਿਹਾ ਸੀ। ਧੂੰਆਂ ਉਸਦੇ ਖੋਖੇ ਤੋਂ ਬਾਹਰ ਤੱਕ ਅਨੇਰੀ ਵਾਂਗ ਫੈਲਿਆ ਹੋਇਆ ਸੀ। ਖੰਘ ਛਿੜੀ ਹੋਣ ਕਰਕੇ ਉਸ ਗੋਰੇ ਦੀ ਗੱਲ ਨਾ ਸੁਣੀ। ਜਦੋਂ ਉਹਨੇ ਦੁਬਾਰਾ ਪੁੱਛਿਆ, ਖੁੱਲ੍ਹ ਕਰਦਿਆਂ ਤੇ ਉਖੜਿਆ ਦਮ ਟਿਕਾਉਂਦਾ ਚਾਹ ਵਾਲਾ ਉਹਦੇ ਵੱਲ ਗੌਰ ਨਾਲ ਦੇਖਣ ਲੱਗ ਪਿਆ। ਫਿਰ ਉਹਦੀ ਗੱਲ ਦਾ ਉੱਤਰ ਦੇਣ ਦੀ ਥਾਂ ਉਸ ਪੁੱਛਿਆ, ਕਿੱਥੇ ਦਾਣਾ ਹੈ? ਗੋਰੇ ਨੂੰ ਛੇਤੀ ਕੋਈ ਜਵਾਬ ਨਾ ਔੜਿਆ। ਉਹਨੂੰ ਇਹ ਨਾ ਪਤਾ ਲੱਗੇ ਉਹਨੇ ਕਿੱਥੇ ਜਾਣਾ। ਉਹਨੂੰ ਹਰਖ ਵੀ ਆਇਆ, ਅੱਡੇ ਬਾਰੇ ਦੱਸਣਾ ਦੱਸ, ਨਹੀਂ ਐਵੇਂ ਮਗਜ ਖਪਾਈ ਕਿਉਂ ਕਰਾਉਣਾ। ਪਿੰਡ ਜਾਣਾ ਮੈਂ ਆਪਦੇ, ਹੋਰ ਕਿੱਥੇ? ਕਿਹੜਾ ਪਿੰਡ ਤੇਰਾ? ਉਹਨੂੰ ਖੰਘ ਅਜੇ ਵੀ ਗੇੜੇ ਦਮ ਪਾਈ ਫਿਰਦੀ ਸੀ। ਇੱਧਰ ਹੈ ਜਗਰਾਵਾਂ ਕਰਨੀ। ਜਦੋਂ ਗੱਲੀ ਉਹਨੇ ਸਾਰੀ ਵਿਥਿਆ ਪੁੱਛ ਲਈ, ਉਹ ਆਖਣ ਲੱਗਾ, ਮੇਰੇ ਕੋਲ ਰਹਿ ਪੈ, 50 ਰੁਪਇਆ ਦਊਂ ਮਹੀਨੇ ਦੇ, ਨਾਲੇ ਰੋਟੀ ਕੱਪੜਾ। ਕੰਮ ਬਸ ਇੱਥੇ ਚਾਹ ਹੀ ਫੜਾਉਣੀ ਹੈ। ਨਹੀਂ, ਮੈਂ ਨਹੀਂ ਰਹਿਣਾ।
ਗੋਰੇ ਨੇ ਰੁੱਖਾ ਜਿਹਾ ਜਵਾਬ ਦਿੱਤਾ ਤੇ ਫਿਰ ਉਹ ਬੇਆਸ ਹੋ ਕੇ ਅਗਾਂਹ ਤੁਰ ਪਿਆ। 5-7 ਕਰਮਾਂ ਗਏ ਗੋਰੇ ਨੂੰ ਮਗਰੋਂ ਆਵਾਜ਼ ਮਾਰ ਕੇ ਚਾਹ ਵਾਲੇ ਨੇ ਕਿਹਾ, ਬੱਸਾਂ ਦਾ ਅੱਡਾ ਇੱਧਰ ਹੀ ਹੈ ਕਾਕਾ, ਸਿੱਧਾ ਤੁਰਿਆ ਜਾਈਂ, ਅੱਗੇ ਆਪੇ ਤੈਨੂੰ ਬੱਸਾਂ ਦਿਸ ਜਾਣਗੀਆਂ। ਗੋਰੇ ਨੇ ਖੜੋ ਕੇ ਉਸਦੀ ਗੱਲ ਤਾਂ ਸੁਣ ਲਈ, ਪਰ ਆਈ ਗਈ ਸਮਝਦਿਆਂ ਗੋਰੇ ਨੇ ਚਾਹ ਵਾਲੇ ਨੂੰ ਮਾਂ ਦੀ ਗਾਲ ਕੱਢੀ, ਵੱਡਾ ਸਾਲਾ ਰਾਠ, 50 ਰੁਪਏ ਦੇਣ ਵਾਲਾ, ਕੇਰਾਂ ਹੀ ਭੈਣ ਦੇ ਨਾ ਬਦੌਲੀ ਵਾਲਾ ਸਰਦਾਰ ਬਣਿਆ ਫਿਰਦਾ। ਕਿੰਨਾ ਚਿਰ ਮਗਰੋਂ ਰੇਲ ਦਾ ਇੱਕ ਫਾਟਕ ਹੋਰ ਆਇਆ। ਫਿਰ ਕੋਈ ਸ਼ੱਕ ਹੀ ਨਾ ਰਹੀ। ਬੱਸਾਂ ਦੋਹਾਂ ਪਾਸਿਆਂ ਤੋਂ ਭੱਜੀਆਂ ਆਉਂਦੀਆਂ ਇੱਕ ਪਾਸੇ ਨੂੰ ਮੁੜ ਜਾਂਦੀਆਂ। ਨੇੜੇ ਜਾ ਕੇ ਉਸ 4-5 ਦਿਨ ਪਹਿਲਾਂ ਵੇਖਿਆ ਵੱਡਾ ਸਾਰਾ ਵਰਾਂਡਾ ਜਿਹਾ ਪਛਾਣ ਲਿਆ। ਵਰਾਂਡੇ ਦੇ ਦੂਜੇ ਪਾਸੇ ਅਨੇਕਾਂ ਬੱਸਾਂ ਉਹਨਾਂ ਦੀ ਸਾਵੀਂ ਵਹਿੜ ਵਾਂਗ ਭੂਸਰੀਆਂ ਖਲੋਤੀਆਂ ਸਨ। ਆ ਜਾਓ ਬਈ ਮੁੱਲਾਂਪੁਰ ਜਗਰਾਵਾਂ ਮੋਗਾ, ਚਲੋ ਬਈ ਮੁੱਲਾਂਪੁਰ ਜਗਰਾਵਾਂ ਮੋਗਾ। ਇੱਕ ਖਾਕੀ ਕੱਪੜਿਆਂ ਵਿੱਚ ਪਤਲਾ ਜਿਹਾ ਮੁੰਡਾ ਇੱਕੇ ਸਾਹ ਇੱਕ ਰੱਟ ਲਾਈ ਜਾ ਰਿਹਾ ਸੀ। ਗੋਰਾ ਉਹਦੇ ਕੋਲ ਚਲਾ ਗਿਆ। ਬਾਈ ਜਗਰਾਵੀਂ ਜਾਊ ਇਹ ਬੱਸ? ਆਹੋ ਆਹੋ, ਕਿੱਥੇ ਜਾਣਾ ਤੂੰ? ਜਗਰਾਵੀਂ। ਚੱਲ ਬੈਠ ਫਿਰ ਛਾਲ ਮਾਰ ਕੇ। ਕੰਡਕਟਰ ਨੇ ਇਉਂ ਆਖਿਆ ਜਿਵੇਂ ਬੱਸ ਪੈਰ ਤੋਂ ਹੀ ਨੱਠਣ ਵਾਲੀ ਸੀ। ਗੋਰੇ ਨੇ ਹਰਫਲਦਿਆਂ ਜਿਹੇ ਬਾਰੀ ਨੂੰ ਹੱਥ ਪਾ ਲਿਆ। ਬੱਸ 'ਚ ਚੜ੍ਹਦਾ ਹੌਂਕ ਪਿਆ ਸੀ। ਸੀਟ 'ਤੇ ਬਹਿੰਦਿਆਂ ਉਸ ਆਸੇ-ਪਾਸੇ ਵੇਖਣਾ ਸ਼ੁਰੂ ਕਰ ਦਿੱਤਾ। ਛੀਂਟਕਾਂ ਜਿਹਾ ਕੰਡਕਟਰ ਅਜੇ ਵੀ ਉਹੀ ਰਾਗ ਅਲਾਪੀ ਜਾ ਰਿਹਾ ਸੀ। ਬਸ ਕਿੰਨਾ ਹੀ ਚਿਰ ਬਾਅਦ ਤੁਰੀ। ਗੋਰਾ ਪਿੰਡ ਬਾਰੇ ਸੋਚੀ ਜਾਂਦਾ ਸੀ। ਬੱਸ ਜਗਰਾਵੀਂ ਆ ਲੱਗੀ। ਹੇਠਾਂ ਉਤਰ ਕੇ ਗੋਰੇ ਨੇ ਇੱਕ ਕੋਟ ਵਾਲੇ ਭਾਈ ਨੂੰ ਪੁੱਛਿਆ, ਬਾਈ ਰਾਮੇ ਨੂੰ ਬੱਸ ਕਦੋਂ ਜਾਊ? ਕੋਟ ਵਾਲੇ ਨੇ ਗੋਰੇ ਦੇ ਪਾਏ ਸਸਤੇ ਚਾਰਖਾਨੇ ਦੇ ਝੱਗੇ ਪਜਾਮੇ ਵੱਲ ਵੇਂਦਿਆਂ ਹੌਲੀ ਜਿਹੀ ਆਖਿਆ, ਇੱਥੋਂ ਪਤਾ ਕਰ ਲੈ। ਬਾਂਹ ਉਗਾਸ ਕੇ ਉਹਨੇ ਛੱਪਰ ਹੇਠ ਮੇਜ਼ 'ਤੇ ਕੁਰਸੀ ਡਾਹੀ ਬੈਠੇ ਨੀਵੀਂ ਪਾਈ ਕੁਝ ਲਿਖ ਰਿਹਾ ਸੀ। ਗੋਰੇ ਦੋ ਚਿੱਤੀ ਵਿੱਚ ਖੜੋਤਾ ਰਿਹਾ ਕਿ ਕਿਵੇਂ ਪੁੱਛਾਂ। ਆ ਵੀ ਕਾਕਾ, ਬਾਪੂ ਨੇ ਆਪ ਹੀ ਪੁੱਛ ਲਿਆ। ਬੱਸ ਦਾ ਪਤਾ ਕਰਨਾ ਹੈ? ਕਿਹੜੀ ਬੱਸ ਦਾ? ਜਿਹੜੀ ਇੱਧਰ ਨੂੰ ਜਾਂਦੀ ਹੈ। ਗੋਰੇ ਛਿਪਦੀ ਵੰਨੀ ਬਾਂਹ ਉਲਾਰ ਕੇ ਆਖਿਆ। ਇੱਧਰ ਕਿੱਧਰ ਨੂੰ? ਬਾਬੂ ਉੱਚੀ ਉੱਚੀ ਹੱਸ ਪਿਆ। ਗੋਰੇ ਨੂੰ ਉਹਦਾ ਇਉਂ ਹਿੜ-ਹਿੜ ਕਰਨਾ ਬਹੁਤ ਭੈੜਾ ਜਾਪਿਆ। ਇੱਧਰ ਨੂੰ ਤਾਂ ਪਤੰਦਰਾ ਨਿਰੀਆਂ ਹੀ ਬੱਸਾਂ ਜਾਂਦੀਆਂ, ਤੂੰ ਦੱਸ ਕਿਹੜੇ ਪਿੰਡ ਜਾਣਾ? ਮੈਂ ਰਾਮੇ ਪਿੰਡ ਜਾਣਾ। ਬਾਬੂ ਫਿਰ ਉਹਦੀ ਇਹ ਅਣਭੋਲ ਗੱਲ ਸੁਣ ਕੇ ਦੂਰਾ ਹੋ ਗਿਆ। ਚੰਗਾ, ਇੱਥੇ ਬਹਿ ਜਾ, 10 ਵਜੇ ਆਊ, 1.5 ਕੁ ਘੰਟੇ ਨੂੰ, ਅਜੇ ਸ਼ਹਿਰ ਸ਼ੁਰੂ ਵੇਖ ਲੈ। ਗੋਰਾ ਉਹਦੇ ਵੰਨੀ ਖੜੋਤਾ ਉਵੇਂ ਡੱਡਰਿਆਂ ਵਾਂਗ ਝਾਕ ਰਿਹਾ। ਪੈਰ ਉਹ ਪਰਾਂ ਨੂੰ ਚਲਾ ਗਿਆ। ਵੱਡੀ ਸੜਕ ਆ ਕੇ ਲੰਘਦੇ ਟਰੱਕ, ਬੱਸਾਂ ਤੇ ਅੰਨ੍ਹੇਵਾਹ ਭੱਜੀਆਂ ਜਾਂਦੀਆਂ ਟਰਾਲੀਆਂ ਨੂੰ ਦੇਖਣ ਲੱਗ ਪਿਆ। ਸਾਹਮਣੇ ਸੜਕ ਦੇ ਦੂਜੇ ਪਾਸੇ ਇੱਕ ਰੋਡ ਮਦਾਰੀ ਜਿਹਾ ਕੌਣ ਮੋਣ ਪੀਲੇ ਅਤੇ ਪੱਕ ਕੇ ਕੈਲੀ ਜਿਹੀ ਖੱਖੜੀ ਵਰਗਾ ਸਿਰ ਕੱਢੀ ਭਾਈ ਕੇਲਿਆਂ ਦੀ ਰੇਹੜੀ ਲੱਦੀ ਆ ਰਿਹਾ ਸੀ। 10 ਕੁ ਕਦਮਾਂ ਹੋਰ ਰੇਹੜੀ ਤੱਕ ਕੇ ਉਸ ਪਲੇ ਹੋਏ ਚਿੱਬੜ ਵਰਗੇ ਬੰਦੇ ਨੇ ਰੇਹੜੀ ਹਿਲਾ ਚਲਾ ਕੇ ਸੂਤ ਕਰਕੇ ਖਲਿਆਰ ਲਈ। ਫਿਰ ਕੇਲਿਆਂ ਦੇ ਵੱਡੇ ਵੱਡੇ ਸੋਹਣੇ ਗੁੱਛਿਆਂ ਨੂੰ ਚੁੱਕ ਚੁੱਕ ਥਾਂ ਸਿਰ ਕਰਨ ਲੱਗ ਪਿਆ। ਗੋਰੇ ਦੀ ਜੀਭ ਉੱਤੇ ਪਾਣੀ ਆ ਗਿਆ। ਉਹਦਾ ਜੀਅ ਕੇਲੇ ਖਾਣ ਨੂੰ ਕਰ ਆਇਆ। ਉਹਨੇ ਉੱਧਰ ਵੇਂਦਿਆਂ ਜੇਬ 'ਚ ਹੱਥ ਮਾਰਿਆ। 1 ਨੋਟ 2 ਦਾ ਸੀ ਤੇ 3 ਕੈਰੇ। ਪਹਿਲਾਂ ਕਿੰਨਾ ਚਿਰ ਸੜਕ ਪਾਰ ਕਰਨ ਬਾਰੇ ਸੋਚਦਾ ਰਿਹਾ, ਪਰ ਉਦੋਂ ਹੀ ਕਿੱਧਰੋਂ ਬੱਸਾਂ ਟਰੱਕ ਆ ਜਾਂਦਾ। ਗੋਰਾ ਦੂਰੋਂ ਆਉਂਦੀ ਬੱਸ ਨੂੰ ਦੇਖ ਕੇ ਸੋਚਦਾ, ਇਹਨੂੰ ਲੰਘ ਜਾਣ ਦੇ, ਫੇਰ ਲੰਘੂ। ਪਰ ਉਦੋਂ ਹੀ ਦੂਸਰੇ ਪਾਸਿਓਂ ਭੀਂ ਕਰਦੀ ਇੱਕ ਹੋਰ ਬੱਸ ਆ ਜਾਂਦੀ ਤੇ ਗੋਰਾ ਸਹੀ ਵਾਂਗ ਕੰਨ ਚੁੱਕ ਵੇਖਦਾ। ਪਰ ਲੋਕ ਬਚਦੇ ਬਚਾਉਂਦੇ ਲੰਘੀ ਜਾਂਦੇ ਸਨ, ਜਿਹੜਾ ਕਰਕੇ ਉਹ ਵੀ ਇੱਕ ਮਾਈ ਨਾਲ ਭੱਜ ਕੇ ਜਿਹੇ ਸੜਕ ਪਾਰ ਕਰ ਗਿਆ। ਕੇਲੇ ਖਾ ਲਾਂ ਕਿ ਨਾ? ਟੋਟੇ ਦੀ ਬੁੱਕਲ ਮਾਰੀ ਉਹ ਰੇਹੜੀ ਵੱਲ ਝਾਕ ਰਿਹਾ ਸੀ। ਹੁਣ ਤੱਕ ਉਹਨੂੰ ਭੁੱਖ ਵੀ ਲੱਗ ਗਈ ਸੀ। ਅੱਜ ਉਹਨੇ ਚਾਹ ਵੀ ਨਹੀਂ ਪੀਤੀ ਸੀ, ਪਰ ਚਾਹ ਬਿਨਾਂ ਉਹਨੂੰ ਉਬਾਸੀ ਵੀ ਕੋਈ ਨਹੀਂ ਆਈ। ਉਹਨੂੰ ਰੇਹੜੀ ਵੱਲ ਨੂੰ ਵੇਂਦੇ ਨੂੰ ਤੱਕ ਕੇ ਰੋਡ ਮਦਾਰੀ ਭਾਈ ਨੇ ਆਪ ਹੀ ਪੁੱਛ ਲਿਆ, ਆ ਬਈ ਕੇਲੇ ਖਾਣੇ ਐ ਕਿ ਮੈਂ ਦਿੰਨਾ? ਗੋਰੇ ਨੇ ਢਿੱਲੀ ਪੈ ਗਈ ਬੁੱਕਲ ਨੂੰ ਦੁਬਾਰਾ ਸੂਤ ਮਾਰਦਿਆਂ ਪੁੱਛਿਆ। ਰੁਪਈਏ ਦੇ 5 ਹੀ ਦੇ ਫਿਰ, ਆਖਦਿਆਂ ਉਸ ਜੇਬ ਵਿੱਚੋਂ ਰੁਪਈਆ ਕੱਢ ਕੇ ਉਹਨੂੰ ਫੜਾਇਆ। ਭਾਈ ਨੇ ਪਹਿਲਾਂ ਆਪਣੇ ਪਲੇ ਹੋਏ ਚਿੱਬੜ ਵਰਗੇ ਮਟਮੈਲੇ ਜਿਹੇ ਸਿਰ ਨੂੰ ਆਪਣੀਆਂ ਵਿੰਗਲ ਉਂਗਲਾਂ ਨਾਲ ਖੁਰਕਿਆ। ਫਿਰ ਚਾਕੂ ਨਾਲ ਕੇਲੇ ਗੁੱਛਿਆਂ ਨਾਲੋਂ ਕੱਟਦਿਆਂ ਪੁੱਛਿਆ, ਲੂਣ ਲਾਉਣਾ? ਨਹੀਂ ਰਹਿਣ ਦੇ। ਕੇਲੇ ਉਹਦੇ ਕੋਲ ਫੜ ਕੇ ਉਹ ਪਰੇ ਜਾ ਕੇ ਖਾਣ ਲੱਗ ਪਿਆ ਤੇ ਨਾਲ ਹੀ ਲੰਘਦੇ ਲੋਕਾਂ ਵੱਲ ਵੇਖੀ ਜਾਂਦਾ ਸੀ। 10 ਵਜੇ ਬੱਸ ਆਈ ਤਾਂ ਉਹਨੂੰ ਦੁਬਾਰਾ ਪੁੱਛਣਾ ਨਹੀਂ ਪਿਆ, ਕਿਉਂਕਿ ਕੰਡਕਟਰ ਆਪ ਹੀ ਬਾਹਰ ਖੜੋਤਾ ਰਾਮਾ ਬਿਲਾਸਪੁਰ ਪੁਕਾਰ ਰਿਹਾ ਸੀ। ਜਦੋਂ ਉਹ ਪਿੰਡ ਪਹੁੰਚਿਆ, ਦੁਪਹਿਰਾ ਢਲ ਰਿਹਾ ਸੀ। ਮਹਿੰਦਰੋਂ ਨੂੰ ਦੇਖ ਕੇ ਦੰਗ ਰਹਿ ਗਈ। ਵੇ ਤੂੰ ਆ ਗਿਆ, ਤੇਰਾ ਮਾਮਾ ਕਿੱਥੇ ਹੈ? ਗੋਰੇ ਨੇ ਉੱਤਰ ਨਹੀਂ ਦਿੱਤਾ ਤੇ ਚੁੱਪਚਾਪ ਮੂੰਹ ਵੱਟੀ ਅੰਦਰ ਜਾ ਕੇ ਮੰਜੇ 'ਤੇ ਪੈ ਗਿਆ। ਮਹਿੰਦਰ ਨੇ ਉਹਦੇ ਮਗਰ ਜਾਂਦਿਆਂ ਜਲੌਰ ਸਿਉਂ ਬਾਰੇ ਫੇਰ ਪੁੱਛਿਆ। ਉਹਨੂੰ ਸ਼ੱਕ ਸੀ ਕਿਤੇ ਆਪਣੇ ਮਾਮੇ ਨਾਲ ਲੜ ਕੇ ਤਾਂ ਨਹੀਂ ਆ ਗਿਆ। ਕਿੰਨਾ ਚਿਰ ਮਗਰੋਂ ਬਾਰ-ਬਾਰ ਪੁੱਛਣ ਤੇ ਪਿੱਛੋਂ ਜਦੋਂ ਗੋਰਾ ਬੋਲਿਆ ਤਾਂ ਉਸਦੀ ਜ਼ੁਬਾਨ ਕੁਹਾੜੇ ਵਰਗੀ ਹੋ ਗਈ।
ਮੈਂ ਨਹੀਂ ਉੱਥੇ ਜਾਣਾ ਜੂਣਾ ਸਾਲੇ ਫੈਕਟਰੀਆਂ ਦੇ ਹੋਏ। ਹੋਰ ਤੂੰ ਕਿੱਥੇ ਜਾਏਗਾ? ਮਹਿੰਦਰੋਂ ਪੈਂਦੀ ਸੱਟੇ ਹੀ ਪੱਕ ਪਈ। ਪੜ੍ਹਿਆ ਤੂੰ ਨਾ ਬਈ ਆਪਦੇ ਕਿਸੇ ਧੰਦੇ ਜੋਗਾ ਹੋ ਜਾਂਦਾ। ਮਈਆਂ ਤੈਥੋਂ ਨਾ ਚਰੀਆਂ, ਨਿੱਤ ਲਾਂਬੇ ਆਉਂਦੇ ਸੀ। ਪਿਓ ਨਾਲ ਕੰਮ ਤੂੰ ਨਹੀਂ ਕਰਾਉਂਦਾ, ਉਹਨੂੰ ਪਤੰਦਰ ਨੂੰ ਆਨੇ ਵਿਖਾਉਣਾ। ਇੱਥੇ ਤੈਥੋਂ ਨਹੀਂ ਪੂਰੀ ਪਈ, ਅੱਜ ਆ ਗਿਆ ਮੂੰਹ ਲਮਕਾਉਂਦਾ। ਮੈਂ ਤੈਨੂੰ ਭੁੱਲੀ ਆ ਭਲੇ ਮਾਨਸ ਨੂੰ? ਲੜ ਕੇ ਆ ਗਿਆ ਹੋਏਗਾ, ਇਹ ਖਲਣਾ ਕਿਤੇ ਕੱਟਣ ਜੋਗਾ। ਮਹਿੰਦਰੋਂ ਤਾਂ ਇੱਕੋ ਸਾਹ ਤਵਿਆਂ ਵਾਲੀ ਮਸ਼ੀਨ ਵਾਂਗ ਤਪੀ ਤਪਾਈ ਬੋਲੀ ਜਾਂਦੀ ਸੀ। ਪਰ ਜਦੋਂ ਉਹਨੂੰ ਗੋਹਾ ਸੁਟਾਉਣ ਵਾਲੀ ਗੱਲ ਦਾ ਪਤਾ ਲੱਗਿਆ ਤਾਂ ਭੜਕ ਕਰਕੇ ਆਪਣੇ ਭਰਾ ਨੂੰ ਮੰਦਾ ਚੰਗਾ ਬੋਲਣ ਲੱਗ ਪਈ। ਆਉਣ ਦੇ ਉਹਨੂੰ ਇੱਥੇ, ਪੁੱਛੋ ਉਹਨੂੰ ਗੋਤ, ਯੱਦਾ ਹੋਇਆ ਕੰਮ ਲੱਭ ਕੇ ਦੇਣ ਦਾ। ਨਾ ਗੋਹਾ ਸਿੱਟਣ ਦਾ ਘਰੇ ਥੋੜ੍ਹਾ, ਆਪਦਾ ਹੀ ਸਿੱਟੀ ਜਾਵਾਂਗੇ। ਤੇ ਉਸੇ ਸਰਦਾਰ ਦੇ ਮੂੰਹ 'ਤੇ ਮਾਰਨਾ ਸੀ ਗੋਹੇ ਦਾ ਭਰਿਆ ਬੱਠਲ। ਮੈਂ ਤਾਂ ਕਦੇ ਗੋਹਾ ਹਟਾਉਣ ਨਹੀਂ ਲਾਏ, ਤੂੰ ਮੇਰੇ ਮੁੰਡੇ ਨੂੰ ਗੋਹਾ ਸੁੱਟਣ ਲਾਵੇਂ। ਕੋਈ ਨਾ ਆਵੇ ਸਹੀ ਐਤਕੀ, ਪਾੜੂ ਉਹਦਾ ਬੱਬਰ। ਕੀੜੇ ਪੈਣਿਆ, ਤੂੰ ਭਰਾ ਬਣ ਕੇ ਮੇਰੇ ਪੁੱਤ ਨਾਲ ਐਂ ਕੀਤੀ? ਗੋਹਾ ਤਾਂ ਦੁਸ਼ਮਣ ਵੀ ਨਹੀਂ ਸੁਟਾਉਂਦੇ। ਅੱਥ ਨੇ ਜਦੋਂ ਗਿੰਦਰ ਆਇਆ, ਉਹਨੇ ਗੋਰੇ ਨੂੰ ਦੇਖ ਕੇ ਹੈਰਾਨ ਰਹਿ ਗਿਆ। ਫਿਰ ਜਦੋਂ ਉਹਨੂੰ ਸਾਰੀ ਕਹਾਣੀ ਦਾ ਪਤਾ ਲੱਗਾ, ਉਹਨੇ ਗੱਲ ਹਾਸੇ ਪਾ ਲਈ। ਤਾਂ ਕਰ ਆਇਆ ਬਾਈ ਕਾਕਾ ਜੀ ਸੂਬੇਦਾਰੀ, ਪਿਲਸਨ ਤਾਂ ਮੋਟੀ ਹੋਊ, ਕੀ ਆਂਦਾ? ਫਿਰ ਮਹਿੰਦਰੋਂ ਨੂੰ ਕਹਿਣ ਲੱਗਿਆ, ਪੁੱਤ ਨੇ ਕੋਈ ਛੂਟ ਕੋਈ ਟੂਮ ਟਾਮ ਲਿਆ ਕੇ ਦਿੱਤੀ ਕਿ ਅਜੇ ਅੱਡੇ ਤੋਂ ਸਮਾਨ ਲਿਆਉਣ ਵਾਲਾ? ਗੱਡਾ ਜੋੜ ਕੇ ਲਿਜਾਨੇ ਆ। ਹਰਕਤਾਂ ਗਿੰਦਰ ਨੂੰ ਵੀ ਆਇਆ, ਪਰ ਫਿਰ ਸੋਚ ਕੇ ਜਾਂਦਾ ਰਿਹਾ ਇਹ ਤਾਂ ਐਵੇਂ ਹੀ ਹੋਣੀ ਸੀ। ਮਹਿੰਦਰੋਂ ਅਜੇ ਵੀ ਆਪਣੇ ਭਰਾ ਨੂੰ ਕੌੜਾ ਫਿੱਕਾ ਬੋਲ ਰਹੀ ਸੀ। ਗੋਰਾ ਮੂੰਹ ਸਿਰ ਲਪੇਟੀ ਮੰਜੇ ਉੱਤੇ ਉੱਦਾਂ ਹੀ ਪਿਆ ਹੋਇਆ ਸੀ ਤੇ ਗਿੰਦਰ ਆਪਣੀਆਂ ਹੀ ਛੱਡੀ ਜਾ ਰਿਹਾ ਸੀ। ਗਿੰਦਰ ਨੇ ਮੰਜੇ 'ਤੇ ਕੇਸਲ ਮਾਰੀ ਪਈ ਗੋਰੇ ਨੂੰ ਹੋਕਰਾ ਮਾਰਿਆ, ਓਏ ਨੌਕਰਾ, ਕੋਈ ਰੰਬ ਕੋਈ ਬਿਸਕੀ ਬੁਸਕੀ ਲਿਆਇਆ? ਲਿਆ ਯਾਰ ਤੱਤੇ ਹੋਈਏ। ਗੋਰਾ ਤਾਂ ਦੜ ਵੱਟੀ ਪਿਆ ਸੀ ਤੇ ਮਹਿੰਦਰੋਂ ਨੂੰ ਹੁਣ ਗਿੰਦਰ ਵੀ ਅੱਕੋਂ ਕੌੜਾ ਜਾਪ ਰਿਹਾ ਸੀ, ਜਿਹੜਾ ਮੁੰਡੇ ਨੂੰ ਮਰਾਸੀਆਂ ਵਾਂਗ ਲਾਉਣੀਆਂ ਦੇਈ ਜਾ ਰਿਹਾ ਸੀ।